ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸ਼ਬਦ ਸਤਿਗੁਰੂ ਪ੍ਰਤੱਖ ਸਤਿਗੁਰੂ ਚਵਰ ਛਤਰ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੀ ਪਾਵਨ ਹਾਜ਼ਰੀ ਵਿੱਚ ਸੱਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਰਬੱਤ ਸੰਗਤ ਜੀਓ। ਆਪ ਸਰਬੱਤ ਸੰਗਤ ਵੱਡੇ ਭਾਗਾਂ ਵਾਲੇ ਹੋ ਰਹੇ ਹੋ ਜੋ ਕਿ ਗੁਰੂ ਦਰਬਾਰ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਬਾਣੀ ਕਥਾ ਕੀਰਤਨ ਸਰਵਣ ਕਰਕੇ ਭਾਰੀ ਲਾਹਾ ਪ੍ਰਾਪਤ ਕਰ ਰਹੇ ਹੋ। ਸੋ ਆਪ ਸਰਬੱਤ ਸੰਗਤ ਭਲੀ ਪ੍ਰਕਾਰ ਦੇ ਨਾਲ ਗਿਆਤ ਰੱਖਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਨੇਮ ਦੇ ਨਾਲ ਚੱਲਦੀ ਹੈ ਉਹ ਆਰੰਭ ਹੋ ਰਹੀ ਹੈ। ਆਪ ਸਰਬੱਤ ਸੰਗਤ ਪਹਿਲੋਂ ਪੰਥ ਦੇ ਮਹਾਨ ਪ੍ਰਸਿੱਧ ਵਿਦਵਾਨ ਗਿਆਨੀ ਧਰਮਵੀਰ ਸਿੰਘ ਲੁਧਿਆਣੇ ਵਾਲੇ ਜਿਨ੍ਹਾਂ ਦੇ ਪਾਸੋਂ ਆਪ ਸਰਬੱਤ ਸੰਗਤਾਂ ਬੜਾ ਲੰਮਾ ਸਮਾਂ ਕਥਾ ਸਰਵਣ ਕੀਤੀ ਹੈ ਜੋ ਕਿ ਬੜੇ ਵਿਸਥਾਰ ਦੇ ਨਾਲ ਬੜੀਆਂ ਉਦਾਹਰਣਾਂ ਦੇ ਕਰਕੇ ਬੜੇ ਚੰਗੇ ਢੰਗ ਦੇ ਨਾਲ ਅਰਥ ਕਰਦੇ ਸਨ। ਸੋ ਉਹ ਸੰਗਤਾਂ ਦੇ ਕੋਲੋਂ ਵਿਦਾਇਗੀ ਲੈ ਕਰਕੇ ਕੋਈ ਘਰ ਦੇ ਜ਼ਰੂਰੀ ਰੁਝੇਵੇਂ ਹੋਣ ਦਾ ਕਰਕੇ ਉਹ ਇੰਡੀਆ ਨੂੰ ਚਲੇ ਗਏ। ਉਸ ਤੋਂ ਪਿੱਛੋਂ ਜੋ ਪ੍ਰਬੰਧਕ ਕਮੇਟੀ ਹੈ ਪ੍ਰਧਾਨ ਸਾਹਿਬ ਹੈ ਦਾਸ ਨੂੰ ਹੁਕਮ ਹੋਇਆ ਸੀ ਕਿ ਆਪ ਕਥਾ ਦੀ ਹਾਜ਼ਰੀ ਭਰੋ। ਸੋ ਸਤਿਗੁਰਾਂ ਦੀ ਕਥਾ ਆਪ ਸਰਬੱਤ ਸੰਗਤਾਂ ਨੇ ਪਿੱਛੇ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਵੇਲੇ ਸੱਚਖੰਡ ਪਿਆਨਾ ਕੀਤਾ ਹੈ ਸਤਿਗੁਰਾਂ ਨੇ ਉਸ ਮੌਕੇ ਤੇ ਆਪਣੇ ਪੋਤਰੇ ਸ੍ਰੀ ਹਰਿ ਰਾਇ ਸਾਹਿਬ ਜੀ ਨੂੰ ਸਤਵਾਂ ਜਿਹੜਾ ਗੁਰੂ ਹੈ ਉਹ ਥਾਪਣਾ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੈ। ਸਤਿਗੁਰਾਂ ਨੇ ਕੀਰਤਪੁਰ ਸਾਹਿਬ ਦੇ ਵਿੱਚ ਪੜਾਅ ਲਾਇਆ ਹੋਇਆ ਹੈ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਧਿਆਨ ਧਾਰਨ ਕਰਕੇ ਇੱਕ ਬਜ਼ੁਰਗ ਮਾਤਾ ਸੀ ਜਿਸ ਦੇ ਘਰ ਦੇ ਵਿੱਚ ਬੜੀ ਭਾਰੀ ਗਰੀਬੀ ਸੀ। ਉਹ ਸਤਿਗੁਰਾਂ ਦਾ ਧਿਆਨ ਧਾਰਨ ਕਰਕੇ ਯਾਦ ਕਰਦੀ ਸੀ ਕਿ ਮਹਾਰਾਜ ਆਪ ਕਿਰਪਾ ਕਰੋ ਮਿਹਰ ਕਰੋ ਜਿਸ ਕਰਕੇ ਮੈਂ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਾ ਕਰਕੇ ਤੇ ਮਹਾਰਾਜ ਆਪ ਜੀ ਨੂੰ ਛਕਾਵਾਂ। ਆਪ ਜੀ ਮੇਰੇ ਸਾਹਮਣੇ ਪ੍ਰਸ਼ਾਦਾ ਛਕੋ ਤੇ ਮੈਂ ਮਹਾਰਾਜ ਆਪ ਜੀ ਦੇ ਦਰਸ਼ਨ ਕਰਾਂ। ਬੜੇ ਲੰਮੇ ਸਮੇਂ ਤੋਂ ਬੇਨਤੀਆਂ ਕਰਦੀ ਸੀ। ਇੱਕ ਦਿਨ ਮਾਤਾ ਨੇ ਉਦਮ ਕੀਤਾ ਕੋਈ ਮਿਹਨਤ ਮਜ਼ਦੂਰੀ ਕਰਕੇ ਜੋ ਮਿਹਨਤ ਮਜ਼ਦੂਰੀ ਦੀ ਮਾਇਆ ਮਿਲੀ ਉਸ ਦੀ ਰਸਤ ਬਸਤ ਖਰੀਦ ਕਰਕੇ ਤੇ ਸਤਿਗੁਰਾਂ ਦੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ। ਰਸਤੇ ਵਿੱਚ ਆਉਂਦੀ ਸੋਚਦੀ ਹੈ ਕਿ ਸਤਿਗੁਰਾਂ ਦੇ ਕੋਲ ਬੜੀ ਭੀੜ ਹੁੰਦੀ ਹੈ ਬੜੀ ਦੂਰ ਤੋਂ ਸੰਗਤਾਂ ਆਉਂਦੀਆਂ ਐ ਬੜੇ ਬੜੇ ਅਮੀਰ ਸਿੱਖ ਸਤਿਗੁਰਾਂ ਦੇ ਕੋਲ ਆਉਂਦੇ ਐ ਮੈਂ ਕਿਸ ਢੰਗ ਦੇ ਨਾਲ ਸਤਿਗੁਰਾਂ ਦੇ ਕੋਲ ਪਹੁੰਚਾਂਗੀ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਮੇਰੀ ਇੱਛਾ ਪੂਰੀ ਕਰਨਗੇ। ਇਧਰੋਂ ਵੀ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਅੰਤਰਜਾਮੀ ਸਤਿਗੁਰ ਪੂਰਾ ਅੰਤਰਜਾਮੀ ਹੈ। ਮਾਤਾ ਦੀ ਜੋ ਅਰਦਾਸ ਹੈ ਸਤਿਗੁਰਾਂ ਦੇ ਕੋਲ ਪਹੁੰਚ ਚੁੱਕੀ ਹੈ। ਜਿਸ ਰਸਤੇ ਤੋਂ ਮਾਤਾ ਆ ਰਹੀ ਸੀ ਉਸ ਰਸਤੇ ਅੱਗਿਓਂ ਸਤਿਗੁਰੂ ਜੀ ਸ਼ਿਕਾਰ ਦੇ ਬਹਾਨੇ ਦੇ ਨਾਲ ਕਿ ਸ਼ਿਕਾਰ ਖੇਡਣ ਦੇ ਵਾਸਤੇ ਜਾਣਾ ਹੈ। ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਸਿੱਖ ਸੰਗਤਾਂ ਨੂੰ ਸਿੰਘਾਂ ਨੂੰ ਨਾਲ ਲੈ ਕਰਕੇ ਚੱਲ ਪਏ। ਜਦੋਂ ਮਾਤਾ ਨੇ ਵੇਖਿਆ ਕਿ ਗੁਰੂ ਸਾਹਿਬ ਆ ਰਹੇ ਆ ਵੇਖ ਕਰਕੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਤੇ ਰਸਤਾ ਛੱਡ ਕਰਕੇ ਰਸਤੇ ਤੋਂ ਪਾਸੇ ਹੋ ਕਰਕੇ ਖਲੋ ਗਈ। ਮਨ ਦੇ ਵਿੱਚ ਸੋਚਦੀ ਹੈ ਕਿ ਗੁਰੂ ਸਾਹਿਬ ਜੀ ਬੜੇ ਕਾਹਲੀ ਦੇ ਨਾਲ ਜਾ ਰਹੇ ਆ ਪਤਾ ਨਹੀਂ ਮੇਰੇ ਪ੍ਰਸ਼ਾਦੇ ਛਕਣਗੇ ਜਾਂ ਨਾ ਛਕਣਗੇ। ਪਰ ਗੁਰੂ ਸਾਹਿਬ ਜੀ ਤੇ ਮਾਤਾ ਨੂੰ ਨਿਹਾਲ ਕਰਨ ਦੇ ਵਾਸਤੇ ਜਾ ਰਹੇ ਸੀ। ਸਤਿਗੁਰੂ ਜੀ ਘੋੜੇ ਨੂੰ ਦੜਾ ਕਰਕੇ ਮਾਤਾ ਦੇ ਕੋਲ ਪਹੁੰਚੇ
ਮਾਤਾ ਨੂੰ ਕਿਹਾ, ਮਾਤਾ ਲਿਆ ਜੋ ਪ੍ਰਸ਼ਾਦਾ ਤੂੰ ਤਿਆਰ ਕਰਕੇ ਲਿਆਈ ਹੈ। ਮਾਤਾ ਜੀ ਸਤਿਗੁਰਾਂ ਨੇ ਕਿਹਾ। ਮਾਤਾ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਬੜੀ ਮਾਤਾ ਖੁਸ਼ ਹੋਈ। ਸਤਿਗੁਰਾਂ ਨੂੰ ਪ੍ਰਸ਼ਾਦਾ ਜਿਹੜਾ ਸੀ ਉਹ ਹਾਜ਼ਰ ਕੀਤਾ। ਸਤਿਗੁਰਾਂ ਨੇ ਮਾਤਾ ਦੇ ਸਾਹਮਣੇ ਛਕਿਆ। ਮਾਤਾ ਖਲੋ ਕਰਕੇ ਦਰਸ਼ਨ ਕਰਦੀ ਰਹੀ। ਇਸ ਤਰ੍ਹਾਂ ਸਤਿਗੁਰਾਂ ਨੇ ਮਾਤਾ ਦੀ ਜੋ ਇੱਛਾ ਸੀ ਉਹ ਪੂਰੀ ਕੀਤੀ। ਤੇ ਕਈ ਪ੍ਰਕਾਰ ਦੇ ਸਤਿਗੁਰਾਂ ਨੇ ਵਰ ਦੇ ਕਰਕੇ, ਬਚਨ ਕਹਿ ਕਰਕੇ ਕਿ ਮਾਤਾ ਤੇਰਾ ਆਹ ਲੋਕ ਵੀ ਸਫਲਾ ਹੋ ਗਿਆ ਤੇ ਤੇਰਾ ਪਰਲੋਕ ਵੀ ਸਫਲਾ ਹੋ ਗਿਆ। ਤੈਨੂੰ ਕਦੀ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਣਾ ਪਵੇਗਾ। ਤੈਨੂੰ ਕਦੀ 84 ਲੱਖ ਜੂਨ ਦੇ ਵਿੱਚ ਨਹੀਂ ਆਉਣਾ ਪਵੇਗਾ। ਸਤਿਗੁਰਾਂ ਨੇ ਕਿਰਪਾ ਕਰਕੇ ਮਾਤਾ ਨੂੰ ਨਿਹਾਲ ਕਰਕੇ ਨਦਰੋਂ ਨਦਰ ਨਿਹਾਲ ਕਰ ਦਿੱਤਾ। ਮਾਤਾ ਨੂੰ ਮੁਕਤੀ ਦੇ ਯੋਗ ਕਰ ਦਿੱਤਾ। ਜਿਹੜੀ ਮੁਕਤੀ ਨੂੰ ਜੋਗੀ ਲੋਕ ਤਰਸਦੇ ਆ। ਬੜਾ ਬੜਾ ਸਮਾਂ ਧੂਣੀਆਂ ਲਾ ਕਰਕੇ, ਸਮਾਧੀਆਂ ਲਾ ਕਰਕੇ ਬੈਠਦੇ ਆ। ਸਤਿਗੁਰਾਂ ਨੇ ਪਲ ਦੇ ਵਿੱਚ ਹੀ ਮਾਤਾ ਜੀ ਨੂੰ ਸਾਰਾ ਫਲ ਜੋ ਸੀ ਉਹ ਦੇ ਦਿੱਤਾ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਪ੍ਰਸ਼ਾਦਾ ਛਕਿਆ ਤੇ ਸਿੱਖਾਂ ਦੇ ਮਨ ਵਿੱਚ ਬੜਾ ਸ਼ੰਕਾ ਹੋਇਆ ਕਿ ਇਹ ਸਤਿਗੁਰਾਂ ਨੇ ਕੀ ਨਵੀਂ ਮਰਜ਼ਾਦਾ ਚਲਾ ਦਿੱਤੀ ਹੈ। ਸ਼ੰਕੇ ਦੇ ਸਹਿਤ ਹੋ ਕਰਕੇ ਸਤਿਗੁਰਾਂ ਨੇ ਪੁੱਛਿਆ, ਸਿੱਖਾਂ ਨੇ ਪੁੱਛਿਆ ਤੇ ਸਤਿਗੁਰਾਂ ਨੇ ਸਾਰੀ ਗੱਲ ਫਿਰ ਦੱਸੀ ਕਿ ਸਾਨੂੰ ਕੋਈ ਪ੍ਰਸ਼ਾਦੇ ਦੀ ਭੁੱਖ ਨਹੀਂ ਸੀ। ਮਾਤਾ ਬੜੇ ਚਿਰ ਤੋਂ ਇੱਛਾ ਲੈ ਕਰਕੇ, ਇੱਛਾ ਧਾਰਨ ਕੀਤੀ ਹੋਈ ਸੀ ਮਾਤਾ ਨੇ। ਉਹ ਮਾਤਾ ਸੇਵਾ ਕਰਨੀ ਚਾਹੁੰਦੀ ਸੀ, ਪ੍ਰਸ਼ਾਦਾ ਛਕਾਉਣਾ ਚਾਹੁੰਦੀ ਸੀ। ਉਸ ਦੇ ਪ੍ਰੇਮ ਦੇ ਵੱਜੇ ਹੋਏ ਅਸੀਂ ਮਾਤਾ ਦੇ ਕੋਲ ਗਏ ਹਾਂ, ਜਾ ਕਰਕੇ ਪ੍ਰਸ਼ਾਦਾ ਛਕਿਆ ਹੈ। ਇਸ ਤਰ੍ਹਾਂ ਤੋਂ ਆਦਿਕ ਆਪ ਸਰਬੱਤ ਸੰਗਤਾਂ ਨੇ ਕੱਲ ਗਿਆਨੀ ਜੀ ਹੋਰਾਂ ਦੇ ਪਾਸੋਂ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜੋ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਆਰੰਭ ਹੋ ਰਹੀ ਹੈ, ਆਪ ਸਰਬੱਤ ਸੰਗਤ ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਇੱਕ ਦਿਨ ਬੈਠੇ ਸਭਾ ਮਹਿ, ਸ੍ਰੀ ਸਤਿਗੁਰ ਹਰਿ ਰਾਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਤਵਾਂ ਸਰੂਪ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ। ਇੱਕ ਦਿਨ ਕਵੀ ਜੀ ਕਹਿੰਦੇ ਸਭਾ ਲਗਾ ਕਰਕੇ, ਸਤਿਗੁਰੂ ਜੀ ਦੀਵਾਨ ਲਗਾ ਕਰਕੇ ਸੱਜੇ ਹੋਏ ਸਨ। ਸਤਿਗੁਰੂ ਜੀ ਸੰਗਤਾਂ ਵਿੱਚ ਬੈਠੇ ਹੋਏ ਸਨ। ਸੰਗਤ ਦਰਸ਼ਨ ਕੋ ਕਰਹਿ, ਮਨ ਬਾਸ਼ਿਤ ਫਲ ਪਾਏ। ਤੇ ਸੰਗਤਾਂ ਸਤਿਗੁਰਾਂ ਦੇ ਕੋਲ ਪਹੁੰਚਦੀਆਂ ਤੇ ਸਤਿਗੁਰਾਂ ਦੇ ਦਰਸ਼ਨ ਕਰਦੇ ਆਣ ਕਰਕੇ ਸਿੱਖ ਸੰਗਤਾਂ ਬੜੇ ਪ੍ਰੇਮ ਦੇ ਨਾਲ ਸ਼ਰਧਾ ਧਾਰਨ ਕਰਕੇ, ਤੇ ਜਦੋਂ ਸ਼ਰਧਾ ਧਾਰਨ ਕਰਕੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਆਏ ਤੇ ਦਰਸ਼ਨ ਕਰਨ ਦੇ ਨਾਲ ਹੀ ਜੋ ਮਨ ਦੇ ਵਿੱਚ ਫਲ, ਮਨ ਭਾਉਂਦੇ ਜੋ ਫਲ ਹੈ ਪ੍ਰਾਪਤ ਹੋ ਜਾਂਦੇ ਆ। ਕਿਉਂ ਕਰਕੇ ਜਦੋਂ ਵੀ ਸਤਿਗੁਰਾਂ ਦੇ ਕੋਲ ਸਿੱਖ ਸੰਗਤਾਂ ਆਉਂਦੀਆਂ ਹੈ, ਮਨ ਦੇ ਵਿੱਚ ਕੋਈ ਨਾ ਕੋਈ ਦੀ ਇੱਛਾ ਹੁੰਦੀ ਹੈ ਤੇ ਉਹ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਜੋ ਮਨ ਦੀ ਭਾਵਨਾ ਸੀ, ਇੰਨਾ ਸਤਿਗੁਰਾਂ ਦਾ ਪ੍ਰਤਾਪ, ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਕਹਿਣ ਤੋਂ ਬਿਨਾਂ ਹੀ ਜੋ ਭਾਵਨਾ ਸੀ ਉਹ ਪੂਰੀ ਹੋ ਜਾਂਦੀ। ਮਨ ਭਾਉਂਦੇ ਫਲ ਜਿਹੜੇ ਸੀ ਉਹ ਪ੍ਰਾਪਤ ਹੋ ਜਾਂਦੇ। ਸਵਈਆ ਛੰਦ ਦੇਸ਼ ਵਿਦੇਸ਼ ਵਿਜੇਸ਼, ਸੰਗਤਾਂ ਦਰਸ਼ ਅਸ਼ੇਸ਼ ਕਰਤ ਹੈ ਆਏ। ਕਵੀ ਜੀ ਕਹਿੰਦੇ ਇਹ ਨਹੀਂ ਕਿ ਇਸੇ ਦੇਸ਼ ਤੋਂ ਸੰਗਤਾਂ ਆ ਰਹੀਆਂ, ਦੇਸ਼ਾਂ ਦੇ ਵਿੱਚੋਂ, ਵਿਦੇਸ਼ਾਂ ਦੇ ਵਿੱਚੋਂ, ਦੂਰ ਦੁਰਾਡੇ ਦੇਸ਼ਾਂ ਦੇ ਵਿੱਚੋਂ ਵਿਸ਼ੇਸ਼ ਕਰਕੇ ਸੰਗਤਾਂ ਸਤਿਗੁਰਾਂ ਦੇ ਕੋਲ ਪਹੁੰਚਦੀਆਂ ਤੇ ਆਣ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਦੀਆਂ। ਸਾਰੀਆਂ ਸੰਗਤਾਂ ਆਣ ਕਰਕੇ ਸਤਿਗੁਰਾਂ ਦੇ ਕੋਲ ਸੱਜ ਜਾਂਦੇ, ਸਤਿਗੁਰਾਂ ਦੇ ਦਰਸ਼ਨ ਕਰਦੇ, ਪ੍ਰੇਮ ਧਾਰਨ ਕਰਕੇ ਸਿੱਖ ਜਹ ਕਹਿ ਸੁਜਸ ਬਿਸਮ, ਜਗ ਪੂਰਨ ਮਨੋ ਚਾਂਦਨੀ ਵੱਡ ਦਿਪਤਾਏ। ਜਿੱਥੇ ਕਿਥੇ ਵੀ ਸਤਿਗੁਰਾਂ ਦਾ ਸ੍ਰੇਸ਼ਟ ਜਸ ਜਿਹੜਾ ਸਾਰੀ ਦੁਨੀਆ ਉੱਤੇ ਫੈਲਿਆ ਹੋਇਆ ਹੈ ਕਿ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੈ ਤੇ ਜੋ ਵੀ ਉਹਨਾਂ ਦੇ ਕੋਲ ਜਾਂਦਾ ਹੈ ਉਹਦੇ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ, ਮਨ ਭਾਉਂਦੇ ਫਲ ਪ੍ਰਾਪਤ ਹੋ ਜਾਂਦੇ ਆ। ਇਸ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਸ੍ਰੇਸ਼ਟ ਜਸ ਹੈ ਉਹ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ।
ਮਾਨੋ ਜਿਸ ਤਰ੍ਹਾਂ ਕਵੀ ਜੀ ਕਹਿੰਦੇ ਚੰਦਰਮਾ ਦੀ ਚਾਂਦਨੀ ਫੈਲੀ ਹੋਈ ਹੁੰਦੀ ਹੈ। ਕਿਉਂ ਕਰਕੇ ਚੰਦਰਮਾ ਦੀ ਚਾਂਦਨੀ ਜੋ ਹੈ ਸਾਰਿਆਂ ਉੱਤੇ ਇੱਕੋ ਜਿਹਾ ਪ੍ਰਕਾਸ਼ ਚੰਦਰਮਾ ਦਾ ਪੈ ਰਿਹਾ ਹੁੰਦਾ ਹੈ। ਇਹ ਨਹੀਂ ਕਿ ਇਸ ਥਾਂ ਤੇ ਪ੍ਰਕਾਸ਼ ਨਹੀਂ ਹੈ ਤੇ ਦੂਸਰੇ ਨੂੰ ਪ੍ਰਕਾਸ਼ ਨਹੀਂ ਦੇਣਾ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਾਰਿਆਂ ਨੂੰ ਪ੍ਰਕਾਸ਼ ਦਿੰਦੇ ਆ ਤੇ ਠੰਡ ਵਰਤਾਉਂਦੇ ਆ। ਕੋਈ ਵੈਰੀ ਆ ਜਾਵੇ, ਕੋਈ ਦੁਸ਼ਮਣ ਆ ਜਾਵੇ, ਸਤਿਗੁਰੂ ਜੀ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਆ, ਸਤਿਕਾਰ ਕਰਦੇ ਆ ਸਾਰਿਆਂ ਦੀ। ਸਤਿਗੁਰੂ ਜੀ ਭਾਵਨਾ ਨੂੰ ਭਾਗਲਾ ਦਿੰਦੇ। ਕਰਾਮਾਤ ਸਾਹਿਬ ਉਪਕਾਰੀ ਜਥਾ ਬਚਨ ਕਹੈ ਤਿਮ ਹੋਏ ਤੇ ਜਾਏ। ਫੇਰ ਸਤਿਗੁਰੂ ਜੀ ਬੜੀ ਭਾਰੀ ਕਰਾਮਾਤ ਦੇ ਮਾਲਕ ਨੇ, ਬੜੀ ਭਾਰੀ ਸਤਿਗੁਰੂ ਜੀ ਸ਼ਕਤੀਆਂ ਦੇ ਮਾਲਕ ਨੇ। ਫਿਰ ਸ਼ਕਤੀਆਂ ਦੇ ਮਾਲਕ ਨੇ ਦੇ ਨਾਲ ਪਰਉਪਕਾਰੀ ਨੇ, ਭਲਾ ਕਰਦੇ ਆ। ਤੇ ਫਿਰ ਜਿਸ ਤਰ੍ਹਾਂ ਵੀ ਬਚਨ ਸਤਿਗੁਰੂ ਜੀ ਕਹਿ ਦਿੰਦੇ, ਸਹਿ ਸੁਭਾਅ ਸਤਿਗੁਰੂ ਜੀ ਕੋਈ ਬਚਨ ਬੋਲਦੇ ਆ, ਉਸੇ ਵੇਲੇ ਸਤਿਗੁਰਾਂ ਦਾ ਜੋ ਬਚਨ ਹੈ ਪੂਰਾ ਹੋ ਜਾਂਦਾ ਹੈ। ਕਦੀ ਸਤਿਗੁਰਾਂ ਦਾ ਬਚਨ ਜਿਹੜਾ ਨਿਸਫਲ ਆ, ਕਦੀ ਵਿਅਰਥ ਨਹੀਂ ਜਾਂਦਾ। ਰਸ ਪ੍ਰਸੰਨਤਾ ਸਫਲ ਤੁਰਤ ਜਨ ਦੇ ਬਾਰ ਸਰਾਫ ਨਹੀਂ ਨਿਫਲਾਏ। ਤੇ ਸਤਿਗੁਰੂ ਜੀ ਕਿਸੇ ਨੂੰ ਭਾਵੇਂ ਰਿਸ ਦੇ ਵਿੱਚ, ਗੁੱਸੇ ਦੇ ਵਿੱਚ ਆ ਕਰਕੇ ਸਰਾਫ ਵਾਲਾ ਬਚਨ ਕਹਿ ਦੇਣ, ਤੇ ਭਾਵੇਂ ਸਤਿਗੁਰੂ ਜੀ ਪ੍ਰਸੰਨ ਹੋ ਕਰਕੇ ਕਿਸੇ ਨੂੰ ਵਰ ਵਾਲਾ ਬਚਨ ਕਹਿ ਦੇਣ। ਕੋਈ ਵੀ ਸਤਿਗੁਰੂ ਜੀ ਕਿਸੇ ਨੂੰ ਵਰ ਦੇ ਦੇਣ ਤੇ ਕਿਸੇ ਨੂੰ ਸਰਾਫ ਦੇ ਦੇਣ। ਜਿਸ ਤਰ੍ਹਾਂ ਗੌਰੇ ਨੂੰ ਦੇ ਦਿੱਤਾ ਸੀ ਕਿ ਤੈਨੂੰ 100 ਜਨਮ ਟੇਢੀਆਂ ਜੂਨਾਂ ਵਿੱਚ ਭੋਗਣਾ ਪਵੇਗਾ। ਉਹ ਵਰ ਸਤਿਗੁਰਾਂ ਦਾ ਜਿਹੜਾ ਕਿਹਾ ਆ ਬਚਨ ਹੈ, ਜਿਹੜਾ ਸਤਿਗੁਰਾਂ ਦਾ ਨਿਕਲਿਆ ਬਚਨ ਹੈ, ਭਾਵੇਂ ਵਰਦਾ ਹੈ ਤੇ ਜਾਂ ਉਹ ਜਿਹੜਾ ਬਚਨ ਹੈ ਸਰਾਫ ਦਾ ਹੈ, ਉਸੇ ਪ੍ਰਕਾਰ ਹੀ ਉਹ ਬਚਨ ਪੂਰਾ ਹੋ ਜਾਂਦਾ ਹੈ। ਕਦੀ ਨਿਸਫਲ ਨਹੀਂ ਜਾਂਦਾ, ਕਦੀ ਵਿਅਰਥ ਨਹੀਂ ਜਾਂਦਾ। ਚੌਰ ਢੁਰਤ ਦੋਹ ਦਿਸ ਸ਼ਬ ਪਾਵਤ ਚੂਆ ਅਤਰ ਗੰਧ ਮਹਿਕਾਰ। ਤੇ ਸਿੱਖ ਜਿਹੜੇ ਆ ਸਤਿਗੁਰਾਂ ਦੇ ਕੋਲ ਖਲੋਤੇ ਹੋਏ ਦੋਹਾਂ ਪਾਸੀ ਚੌਰ ਲੈ ਕਰਕੇ ਹੱਥ ਦੇ ਵਿੱਚ, ਤੇ ਬੜੇ ਪ੍ਰੇਮ ਦੇ ਨਾਲ ਜਿਹੜੇ ਸਿੱਖ ਹੈ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਚਲਾਉਂਦੇ ਆ, ਪ੍ਰੇਮ ਦੇ ਨਾਲ ਸੇਵਾ ਕਰਦੇ ਆ। ਤੇ ਫਿਰ ਸਤਿਗੁਰਾਂ ਦੇ ਜਿੱਥੇ ਦਰਬਾਰ ਲੱਗਾ ਹੈ ਉੱਥੇ ਸੁਗੰਧੀ ਵਾਲੀਆਂ ਚੀਜ਼ਾਂ, ਚੰਦਨ, ਅਤਰ, ਫਲੇਲ, ਗੁਲਾਬ, ਇਸ ਤਰ੍ਹਾਂ ਤੋਂ ਬਾਅਦ ਸੁਗੰਧੀ ਵਾਲੀਆਂ ਚੀਜ਼ਾਂ ਦਾ ਛਿੜਕਾਅ ਕੀਤਾ ਜਾਂਦਾ। 101 ਪਟ ਜਾਮਾ ਗਰ ਮਹਿ ਅੰਗ ਵਿਭੂਖਨ ਭੂਖਤ ਚਾਰ। ਫਿਰ ਸਤਿਗੁਰੂ ਜੀ 101 ਕਲੀਆਂ ਵਾਲਾ ਚੋਲਾ ਸਤਿਗੁਰੂ ਜੀ ਪਹਿਨਦੇ ਆਪਣੇ ਸਰੀਰ ਦੇ ਉੱਤੇ। ਕਿਉਂ ਕਰਕੇ ਸਤਿਗੁਰਾਂ ਦਾ ਸੁਭਾਅ ਸੀ ਕਿ ਪਹਿਲੇ ਦਿਨੋਂ ਹੀ ਬੜਾ ਵੱਡਾ ਚੋਲਾ 101 ਕਲੀਆਂ ਵਾਲਾ ਪਹਿਨਿਆ ਕਰਦੇ ਸਨ। ਇੱਕ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਗ ਦੇ ਵਿੱਚ ਜਾ ਰਹੇ ਸੀ। ਜਦੋਂ ਸਤਿਗੁਰੂ ਜੀ ਅੱਗੇ ਅੱਗੇ ਜਾ ਰਹੇ ਸਨ ਤੇ ਸ੍ਰੀ ਹਰਿਰਾਏ ਸਾਹਿਬ ਜੀ ਉਸ ਮੌਕੇ ਦੇ ਪਿੱਛੇ ਪਿੱਛੇ ਜਾ ਰਹੇ ਸਨ। ਇੱਕ ਫੁੱਲ ਬੜਾ ਸੁੰਦਰ ਖਿੜਿਆ ਹੋਇਆ ਸੀ, ਉਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚੋਲੇ ਦੇ ਨਾਲ ਅੜ ਕਰਕੇ ਤੇ ਟੁੱਟ ਗਿਆ। ਤੇ ਜਦੋਂ ਆਉਂਦਿਆਂ ਸਤਿਗੁਰਾਂ ਨੇ ਪੁੱਛਿਆ ਵੀ ਇਹ ਫੁੱਲ ਕਿਹਨੇ ਤੋੜਿਆ ਹੈ, ਉਸ ਮੌਕੇ ਤੇ ਸਤਿਗੁਰਾਂ ਨੇ ਸਹੀ ਗੱਲ ਦੱਸ ਦਿੱਤੀ ਕਿ ਸਾਡੇ ਚੋਲੇ ਦੇ ਨਾਲ ਅੜ ਕਰਕੇ ਫੁੱਲ ਟੁੱਟ ਗਿਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਮੌਕੇ ਤੇ ਕਿਹਾ ਕਿ ਜੇ ਏਡੇ ਵੱਡੇ ਚੋਲੇ ਪਾਉਣੇ ਆ ਤੇ ਇਹਨਾਂ ਨੂੰ ਸਾਂਭਣਾ ਵੀ ਚਾਹੀਦਾ, ਸਾਂਭ ਕਰਕੇ ਰੱਖਣਾ ਚਾਹੀਦਾ ਹੈ। ਉਸ ਦਿਨ ਤੋਂ ਲੈ ਕਰਕੇ ਸਤਿਗੁਰੂ ਜੀ ਫਿਰ ਆਪਣੇ ਚੋਲੇ ਨੂੰ ਬਾਂਹ ਦੇ ਉੱਤੇ ਪਾ ਕਰਕੇ ਸੰਕੋਚ ਕਰਕੇ ਰੱਖਦੇ। ਹੁਣ ਕਵੀ ਜੀ ਕਹਿ ਰਹੇ ਕਿ ਸਤਿਗੁਰੂ ਜੀ 101 ਕਲੀਆਂ ਵਾਲਾ ਜਿਹੜਾ ਚੋਲਾ ਹੈ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੇ, ਤੇ ਸਰੀਰ ਦੇ ਉੱਤੇ ਸਤਿਗੁਰੂ ਜੀ ਗਹਿਣੇ ਜਿਹੜੇ ਆ, ਕਿਉਂ ਕਰਕੇ ਸੂਰਮਿਆਂ ਦੇ ਗਹਿਣੇ ਸ਼ਸਤਰ ਹੁੰਦੇ ਆ, ਤੇ ਸਤਿਗੁਰੂ ਜੀ ਆਪਣੇ ਸਰੀਰ ਦੇ ਉੱਤੇ ਸ਼ਸਤਰ ਬਸਤਰ ਸਜਾ ਕਰਕੇ ਰੱਖਦੇ। ਕਰਹਿ ਸਿੱਖ ਅਰਦਾਸ ਅਗੇਰੇ ਕਿਰਪਾ ਭਰੀ ਦ੍ਰਿਗ ਲੀਤ ਨਿਹਾਰ। ਤੇ ਸਿੱਖ ਸਤਿਗੁਰਾਂ ਦੇ ਕੋਲ ਪਹੁੰਚਦੇ, ਤੇ ਕਈ ਸਿੱਖ ਸਤਿਗੁਰਾਂ ਦੇ ਕੋਲ ਆਣ ਕਰਕੇ ਅਰਦਾਸ ਕਰਦੇ, ਬੇਨਤੀ ਕਰਦੇ, ਆਪਣੀ ਭਾਵਨਾ ਦੱਸਦੇ ਕਿ ਮਹਾਰਾਜ ਮੇਰੇ ਘਰ ਦੇ ਵਿੱਚ ਪੁੱਤਰ ਨਹੀਂ ਹੈ, ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ। ਮੇਰੇ ਘਰ ਦੇ ਵਿੱਚ ਬੜੀ ਗਰੀਬੀ ਆ, ਮੈਨੂੰ ਗਰੀਬੀ ਨੇ ਗਰਸਿਆ, ਗਰੀਬੀ ਦੂਰ ਕਰ ਦਿਓ। ਮੇਰੇ ਘਰ ਦੇ ਵਿੱਚ ਮਹਾਰਾਜ ਤੰਦਰੁਸਤੀ ਦੀ ਦਾਤ ਬਖਸ਼ੋ, ਮੈਨੂੰ ਮਹਾਰਾਜ ਨਾਮ ਦੀ ਦਾਤ ਬਖਸ਼ੋ, ਮੈਨੂੰ ਮੁਕਤੀ ਦੀ ਦਾਤ ਬਖਸ਼ੋ। ਇਸ ਤਰ੍ਹਾਂ ਸਤਿਗੁਰਾਂ ਦੇ ਕੋਲ ਆ ਕਰਕੇ ਸਿੱਖ ਜਿਹੜੇ ਆ ਖਲੋ ਕਰਕੇ ਅਰਦਾਸਾਂ ਵੀ ਕਰਦੇ, ਤੇ ਸਤਿਗੁਰੂ ਜੀ ਮਿਹਰ ਭਰੀ ਨਿਗਾਹ ਦੇ ਨਾਲ ਜਿਹਦੇ ਵੱਲੇ ਵੇਖ ਲੈਂਦੇ ਉਹਨੂੰ ਸਤਿਗੁਰੂ ਜੀ ਨਜ਼ਰੋਂ ਨਜ਼ਰ ਨਿਹਾਲ ਕਰ ਦਿੰਦੇ, ਕਿਰਪਾ ਕਰ ਦਿੰਦੇ। ਅਯੁੱਧ ਗਹੀ ਸਥਿਤ ਗਨ ਜੋਦਾ ਚਹੂ ਕੋਦ ਗੁਰ ਕੇ ਪਰਵਾਰ। ਫਿਰ ਜੇ ਸਤਿਗੁਰਾਂ ਨੇ ਸ਼ਸਤਰ ਸਜਾਏ ਹੋਏ ਆ ਤੇ ਸਤਿਗੁਰਾਂ ਦੇ ਜੋ ਸੂਰਮੇ ਨਹੀਂ ਕਿ ਉਹ ਉਸ ਤਰ੍ਹਾਂ ਹੀ ਆ,
ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਹਰ ਇੱਕ ਮੌਕੇ ਤੇ 2200 ਘੋੜਸਵਾਰ ਸੂਰਮਾ ਸ਼ਸਤਰ ਬਸਤਰ ਧਾਰਨ ਕਰਕੇ ਸ਼ਸਤਰਧਾਰੀ ਸੂਰਮੇ ਨਾਲ ਸਤਿਗੁਰਾਂ ਦੇ ਰਹਿੰਦੇ ਸਨ। ਹੁਣ ਕਵੀ ਜੀ ਕਹਿੰਦੇ ਕਿ ਜਿਹੜੇ ਸਿੱਖ ਸੂਰਮੇ ਉਹ ਵੀ ਸ਼ਸਤਰ ਬਸਤਰ ਆਪਣੇ ਸਰੀਰ ਦੇ ਉੱਤੇ ਸਜਾ ਕਰਕੇ ਤੇ ਚਹੂ ਕੋਤ ਗੁਰ ਕੇ ਸਤਿਗੁਰਾਂ ਦੇ ਚਾਰ ਚਫੇਰੇ ਪਰਿਵਾਰ ਪਾ ਕਰਕੇ ਸਤਿਗੁਰਾਂ ਦੇ ਘੇਰੇ ਘੇਰੇ ਬੈਠੇ ਹੋਏ ਆ, ਜਾਂ ਸਤਿਗੁਰਾਂ ਦੇ ਕੋਲ ਕੀਰਤਨਪੁਰ ਸਾਹਿਬ ਦੇ ਵਿੱਚ ਰਹਿੰਦੇ ਆ। ਜਿਸ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਰਹੀਦਾ ਹੈ, ਮਰਜ਼ਾਦਾ ਵਿੱਚ ਰਹੀਦਾ ਹੈ, ਇਸ ਤਰ੍ਹਾਂ ਸਤਿਗੁਰਾਂ ਦੇ ਕੋਲ ਰਹਿ ਕਰਕੇ ਤੇ ਸੇਵਾ ਕਰਕੇ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਇੱਕ ਸਿੱਖ ਹਾਥ ਜੋੜ ਕਰ ਬੋਲਿਓ, ਸ੍ਰੀ ਸਤਿਗੁਰ ਤੁਮ ਨਾਥ ਅਨਾਥ। ਇੱਕ ਸਿੱਖ ਸਤਿਗੁਰਾਂ ਦੇ ਕੋਲ ਆਇਆ ਤੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਆ ਕਰਕੇ ਸੱਜ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ, ਤੇ ਫਿਰ ਦੋਵੇਂ ਹੱਥ ਜੋੜ ਕਰਕੇ ਤੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ ਕਿ ਮਹਾਰਾਜ ਇੱਕ ਬੇਨਤੀ ਹੈ, ਤੁਸੀਂ ਮਹਾਰਾਜ ਜਿਨ੍ਹਾਂ ਦਾ ਕੋਈ ਨਹੀਂ, ਨਥਾਵਿਆਂ ਦੇ ਥਾਂ ਹੋ, ਯਤੀਮਾਂ ਦੇ ਮਾਲਕੋਂ, ਸਾਰਿਆਂ ਦੇ ਮਾਲਕ, ਸਾਰੀ ਸ੍ਰਿਸ਼ਟੀ ਦੇ ਆਪ ਜੀ ਮਾਲਕੋਂ, ਪ੍ਰਤਪਾਲਨਾ ਕਰਨ ਵਾਲੇ ਹੋ। ਮਹਾਰਾਜ ਮੇਰੀ ਇੱਕ ਬੇਨਤੀ ਹੈ। ਸਿੱਖ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿਣ ਲੱਗਾ, ਕਰ ਸੇਵਾ ਰਾਵਰ ਕੀ ਕਰ ਹੈ, ਕਿਵ ਸੇਵਾ ਰਾਵਰ ਕੀ ਕਰ ਹੈ, ਜੇ ਨਿਰਧਨ ਸਿੱਖ ਪਾਏ ਨਾ ਆਥ। ਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਪੁੱਛਿਆ ਵੀ ਸਿੱਖਾ ਕੀ ਬਚਨ ਕਰਨਾ ਦੱਸ। ਉਹ ਦੋਵੇਂ ਹੱਥ ਜੋੜ ਕਰਕੇ ਸਿੱਖ ਕਹਿਣ ਲੱਗਾ, ਮਹਾਰਾਜ ਮੇਰਾ ਇਹ ਬਚਨ ਹੈ ਕਿ ਕੋਈ ਸਿੱਖ ਹੋਵੇ ਆਪ ਜੀ ਦਾ ਤੇ ਉਹ ਆਪ ਜੀ ਦੀ ਸੇਵਾ ਕਰਕੇ ਤੇ ਖੁਸ਼ੀ ਪ੍ਰਾਪਤ ਕਰਨੀ ਚਾਹੇ, ਕਿ ਆਪ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਆਪ ਜੀ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ, ਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ, ਤੇ ਭਾਰਤ ਘਰ ਦੇ ਵਿੱਚ ਬੜੀ ਗਰੀਬੀ ਹੋਵੇ, ਘਰ ਦੇ ਵਿੱਚ ਕੋਈ ਪਦਾਰਥ ਨਾ ਹੋਵੇ, ਲੰਗਰ ਸਜਾਉਣ ਦੇ ਵਾਸਤੇ ਰਸਤ ਨਾ ਹੋਵੇ, ਤੇ ਨਾ ਕਿ ਮਾਇਆ ਹੋਵੇ, ਘਰ ਦੇ ਵਿੱਚ ਗਰੀਬੀ ਹੋਵੇ, ਉਹ ਸਿੱਖ ਤੁਹਾਡੀ ਕਿਸ ਤਰ੍ਹਾਂ ਸੇਵਾ ਕਰੇ, ਤੁਹਾਡੀ ਕਿਸ ਤਰ੍ਹਾਂ ਖੁਸ਼ੀ ਪ੍ਰਾਪਤ ਕਰੇ। ਹੋਏ ਦਾਰ ਦੀ ਕਰੇ ਯਤਨ ਕੀ, ਤਉ ਨਾ ਪ੍ਰਾਪਤ ਕਿਤ ਧਨ ਹਾਥ। ਫਿਰ ਉਹ ਸਿੱਖ ਕਹਿਣ ਲੱਗਾ ਕਿ ਇਹ ਨਹੀਂ ਕਿ ਗਰੀਬੀ ਥੋੜੀ ਹੋਵੇ, ਬਹੁਤ ਗਰੀਬੀ ਨੇ ਗਰਸਿਆ ਹੋਵੇ, ਯਤਨ ਕਰਨ ਦੇ ਨਾਲ ਵੀ ਮਾਇਆ ਹੱਥ ਦੇ ਵਿੱਚ ਨਾ ਆਉਂਦੀ ਹੋਵੇ, ਕਿਤੇ ਕੋਈ ਉਧਾਰੀ ਵੀ ਸ਼ਾਇਦ ਨਾ ਮਿਲਦੀ ਹੋਵੇ, ਤੇ ਯਤਨ ਕਰਨ ਦੇ ਨਾਲ ਵੀ ਆਪਣਾ ਹੀ ਮਸਾਂ ਗੁਜ਼ਾਰਾ ਹੁੰਦਾ ਹੋਵੇ, ਪਰਿਵਾਰ ਨੂੰ ਵੀ ਇੱਕ ਟਾਈਮ ਭੁੱਖੇ ਸੌਣਾ ਪੈਂਦਾ ਹੋਵੇ, ਇੰਨਾ ਭਾਰੀ ਗਰੀਬੀ ਨੇ ਗਰਸਿਆ ਹੋਵੇ, ਤੇ ਉਹ ਤੁਹਾਡੀ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰਨੀ ਚਾਹੇ ਤੇ ਉਹ ਕੀ ਕਿਵੇਂ ਕਰੇ। ਸੋ ਕਿਆ ਕਰੇ ਪ੍ਰਸੰਨ ਕਰਨ ਕੋ, ਜਿਸ ਤੇ ਹੋਵੇ ਜਨਮ ਸਕਾਥ। ਉਹ ਸਿੱਖ ਕਹਿੰਦਾ ਕਿ ਮਹਾਰਾਜ ਆਪ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਵਾਸਤੇ ਉਹ ਸਿੱਖ ਫਿਰ ਕਿਸ ਤਰ੍ਹਾਂ ਸੇਵਾ ਕਰੇ, ਕਿਉਂ ਕਰਕੇ ਸੇਵਾ ਤੇ ਤਾਂ ਹੀ ਹੋ ਸਕਦੀ ਹੈ ਗੁਰੂ ਘਰ ਦੇ ਵਿੱਚ ਜਾ ਕਰਕੇ, ਘਰ ਦੇ ਵਿੱਚ ਪਦਾਰਥ ਹੋਣ ਤੇ। ਉਹ ਸਿੱਖ ਕਹਿੰਦਾ ਕਿ ਬਹੁਤ ਭਾਰੀ ਗਰੀਬੀ ਹੋਵੇ, ਪਦਾਰਥ ਯਤਨ ਕਰਨ ਦੇ ਨਾਲ ਵੀ ਹੱਥ ਦੇ ਵਿੱਚ ਨਾ ਆਉਂਦੇ ਹੋਣ, ਉਹ ਸਿੱਖ ਤੁਹਾਡੀ ਕਿਸ ਤਰ੍ਹਾਂ ਸੇਵਾ ਕਰੇ ਤੇ ਕਿਸ ਤਰ੍ਹਾਂ ਉਹ ਆਪਣਾ ਜਿਹੜਾ ਜਨਮ ਹੈ ਸਫਲਾ ਕਰੇ, ਕਿਉਂ ਕਰਕੇ ਆਪ ਜੀ ਦੇ ਬਚਨ ਹੈ ਵੱਡੇ ਸਤਿਗੁਰਾਂ ਦੇ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ। ਸੇਵਾ ਤੋਂ ਬਿਨਾ ਜਿਹੜਾ ਜਨਮ ਹੈ ਉਹ ਕਿਸ ਤਰ੍ਹਾਂ ਆਪਣਾ ਜਨਮ ਸਫਲਾ ਕਰੇ। ਸ੍ਰੀ ਹਰਿ ਰਾਏ ਸਭਾ ਮੈਂ ਬੋਲੇ, ਮੋਸੋ ਪ੍ਰੇਮ ਕਰਤ ਸਿੱਖ ਦਾਸ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਉਹ ਸਿੱਖ ਦਾ ਬਚਨ ਸੁਣ ਕਰਕੇ ਤੇ ਭਰੀ ਸਭਾ ਦੇ ਵਿੱਚ ਸਤਿਗੁਰੂ ਜੀ ਬੋਲੇ। ਉਸ ਮੌਕੇ ਤੇ ਸਤਿਗੁਰੂ ਜੀ ਬਚਨ ਕਰਨ ਲੱਗੇ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਸਿੱਖ ਨੇ ਸਾਡੇ ਦਾਸ, ਸਾਡੇ ਸੇਵਕ ਸਾਡੇ ਕੋਲ ਆਉਂਦੇ ਆ ਤੇ ਸਾਡੇ ਨਾਲ ਪ੍ਰੇਮ ਧਾਰਨ ਕਰਦੇ ਆ, ਸ਼ਰਧਾ ਧਾਰਨ ਕਰਦੇ, ਜਿਹੜੇ ਗੁਰੂ ਦੇ ਉੱਤੇ ਸ਼ਰਧਾ ਰੱਖਦੇ ਆ, ਪ੍ਰੇਮ ਧਾਰਨ ਕਰਕੇ ਰੱਖਦੇ ਨੇ ਜੋ। ਸੋ ਬੁਝ ਕੋ ਪ੍ਰੇ ਨਿਸ ਦਿਨ ਸਿਮਰੈ, ਜਿਨ ਕੇ ਉਰਮੈ ਸ਼ਬਦ ਪ੍ਰਕਾਸ਼। ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਜੋ ਸਿੱਖ ਨੇ ਪਿਆਰਿਓ ਸਾਨੂੰ ਰਾਤ ਦਿਨ ਸਿਮਰਦੇ ਨੇ। ਫਿਰ ਇਹ ਨਹੀਂ ਕਿ ਸਿੱਖ ਸਿਮਰਦੇ ਤੇ ਅਸੀਂ ਚੇਤਾ ਭੁਲਾ ਦਿੰਦੇ ਆ, ਅਸੀਂ ਵੀ ਉਹਨਾਂ ਸਿੱਖਾਂ ਨੂੰ ਯਾਦ ਰੱਖਦੇ ਆ। ਤੇ ਸਤਿਗੁਰੂ ਜੀ ਕਹਿੰਦੇ ਫਿਰ ਸਿਮਰਦੇ ਉਹ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦਾ ਸ਼ਬਦ ਜਿਹੜਾ ਹੈ ਉਹ ਪ੍ਰਕਾਸ਼ ਹੋ ਚੁੱਕਾ ਹੈ। ਉਹ ਗੁਰੂ ਘਰ ਦੇ ਨਾਲ ਪ੍ਰੇਮ ਧਾਰਨ ਕਰਦੇ ਆ, ਜਿਹੜੇ ਸਵਾਸ ਸਵਾਸ ਦੁਆਰਾ ਸਤਿਗੁਰਾਂ ਦਾ ਗੁਰਬਾਣੀ, ਸਤਿਗੁਰਾਂ ਦਾ ਮੰਤਰ ਸਤਿਨਾਮ ਸ੍ਰੀ ਵਾਹਿਗੁਰੂ ਜਪਦੇ ਆ, ਉਹਨਾਂ ਦੇ ਹਿਰਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਚੁੱਕਾ ਹੈ। ਉਸ ਜਿਹੜੇ ਸਿੱਖ ਨੇ ਸਾਡੇ ਨਾਲ ਰਾਤ ਦਿਨ ਪ੍ਰੇਮ ਧਾਰਨ ਕਰਕੇ ਰੱਖਦੇ ਨੇ ਤੇ ਅਸੀਂ ਉਹਨਾਂ ਦੇ ਨਾਲ ਪ੍ਰੇਮ ਕਰਦੇ ਹਾਂ। ਅੰਨ ਦਰਬ ਧਰ ਸ਼ਰਧਾ ਅਰਪੈ, ਤਿਨ ਕੀ ਦਾਰਦ ਹੋਤ ਬਿਨਾਸ਼। ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਵੀ ਸਿੱਖ
ਸ਼ਰਧਾ ਧਾਰਨ ਕਰਕੇ ਗੁਰੂ ਕੇ ਲੰਗਰ ਦੇ ਵਿੱਚ ਗੁਰੂ ਕੇ ਸਿੱਖਾਂ ਦੇ ਨਿਮਿੱਤ ਸੇਵਾ ਕਰਦੇ ਆ, ਲੰਗਰ ਵਿੱਚ ਆ ਕਰਕੇ ਹਿੱਸਾ ਪਾਉਂਦੇ, ਅੰਸ਼ ਪਾਉਂਦੇ ਆ, ਤੇ ਉਹਨਾਂ ਸਿੱਖਾਂ ਦੀ ਜਿਹੜੀ ਗਰੀਬੀ ਹੈ ਉਹ ਦੂਰ ਹੋ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਕੇ ਉਹਨਾਂ ਦੀ ਗਰੀਬੀ ਦੂਰ ਕਰਦੇ ਨੇ। ਕਿੰਨਾ ਸਿੱਖਾਂ ਦੀ, ਜਿਹੜੇ ਸ਼ਰਧਾ ਧਾਰਨ ਕਰਕੇ ਗੁਰੂ ਦੇ ਕੋਲ ਆਉਂਦੇ ਨੇ ਤੇ ਆ ਕਰਕੇ ਲੰਗਰ ਦੇ ਵਿੱਚ ਅੰਸ਼ ਪਾਉਂਦੇ ਨੇ। ਜਥਾ ਸ਼ਕਤ ਜਿਹੜੀ ਹੈ ਉਹ ਗੁਰੂ ਨੂੰ ਭੇਟਾ ਦਿੰਦੇ ਨੇ, ਲੰਗਰ ਦੇ ਵਿੱਚ ਆ ਕਰਕੇ ਰਸਤਾ ਹਾਜ਼ਰ ਕਰਦੇ ਨੇ। ਇਸ ਪਰ ਇੱਕ ਇਤਿਹਾਸ ਸੁਨੀਜੈ ਭਇਓ ਜਥਾ ਔਰ ਧਾਰੂ ਤਾਸ। ਸਤਿਗੁਰੂ ਜੀ ਕਹਿਣ ਲੱਗੇ ਇਸ ਦੇ ਉੱਤੇ ਅਸੀਂ ਤੁਹਾਨੂੰ ਇੱਕ ਇਤਿਹਾਸ ਸੁਣਾਉਂਦੇ, ਇੱਕ ਸਾਖੀ ਸੁਣਾਉਂਦੇ ਹਾਂ। ਜਿਸ ਤਰ੍ਹਾਂ ਉਹ ਸਾਰੀ ਸਾਖੀ ਹੋਈ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਉਹ ਤੁਸੀਂ ਸਾਖੀ ਸੁਣ ਕਰਕੇ ਤੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਓ, ਹਿਰਦੇ ਵਿੱਚ ਉਸ ਨੂੰ ਯਾਦ ਕਰਕੇ ਰੱਖਿਓ। ਇੱਕ ਪੁਰ ਮੈਂ ਸਿੱਖ ਬਸੀ ਸੋ ਨਿਰਧਨ ਅਨ ਦਰਬ ਘਰ ਮੇ ਕਛ ਨਾਹੀ। ਸਤਿਗੁਰੂ ਜੀ ਕਹਿਣ ਲੱਗੇ ਇੱਕ ਨਗਰ ਦੇ ਵਿੱਚ, ਇੱਕ ਪਿੰਡ ਦੇ ਵਿੱਚ ਇੱਕ ਗਰੀਬ ਸਿੱਖ ਵਸਦਾ ਸੀ ਤੇ ਉਹ ਸਿੱਖ ਦੇ ਘਰ ਦੇ ਵਿੱਚ ਬੜੀ ਗਰੀਬੀ ਸੀ, ਬੜਾ ਗਰੀਬੀ ਨੇ ਗਰਸਿਆ ਹੋਇਆ ਸੀ। ਉਸ ਦੇ ਘਰ ਦੇ ਵਿੱਚ ਨਾ ਤੇ ਸੀ ਕੋਈ ਮਾਇਆ ਧਨ ਤੇ ਨਾ ਲੰਗਰ ਦੇ ਵਾਸਤੇ ਕੋਈ ਰਸਤ, ਤੇ ਉਸ ਦੇ ਘਰ ਦੇ ਵਿੱਚ ਨਾ ਕੋਈ ਸਰੀਰ ਨੂੰ ਕੱਜਣ ਦੇ ਵਾਸਤੇ ਨਾ ਕੋਈ ਚੰਗਾ ਕੱਪੜਾ। ਇੰਨਾ ਭਾਰੀ ਉਹ ਸਿੱਖ ਨੂੰ ਗਰੀਬੀ ਨੇ ਗਰਸਿਆ ਹੋਇਆ ਸੀ। ਨੀਠ ਨੀਠ ਕਰ ਉਦਰ ਪੂਰਨਾ ਦਾਰਦ ਕੋ ਦੁਖ ਸਦਾ ਸਹਾਈ। ਤੇ ਸਾਰਾ ਪਰਿਵਾਰ ਉਹ ਜਿਹੜੇ ਸੀ ਬੜੀ ਭਾਰੀ ਮਿਹਨਤ ਮਜ਼ਦੂਰੀ ਕਰਦੇ, ਤੇ ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਵੀ ਮਸਾਂ ਮਸਾਂ ਉਹਨਾਂ ਦਾ ਆਪਣਾ ਹੀ ਪੇਟ ਭਰਦਾ। ਕਈ ਵਾਰ ਵੀ ਉਹਨਾਂ ਨੂੰ ਭੁੱਖੇ ਰਹਿਣਾ ਪੈਂਦਾ, ਇੰਨੀ ਭਾਰੀ ਗਰੀਬੀ ਸੀ। ਤੇ ਸਦਾ ਹੀ ਉਹ ਗਰੀਬੀ ਦਾ ਜਿਹੜਾ ਦੁੱਖ ਸੀ ਆਪਣੇ ਸਰੀਰ ਦੇ ਉੱਤੇ ਹੰਢਾਉਂਦੇ, ਆਪਣੇ ਸਰੀਰ ਦੇ ਉੱਤੇ ਸਹਾਰਦੇ। ਉਹ ਜੋ ਗਰੀਬ ਸਿੱਖ ਦਾ ਪਰਿਵਾਰ ਸੀ, ਸਿੱਖ ਦੇ ਸਮੇਤ ਬੜਾ ਭਾਰੀ, ਜਿਹਨੂੰ ਗਰੀਬੀ ਨੇ ਗਰਸਿਆ ਹੋਇਆ ਸੀ। ਚਿਰਾ ਚਿਰੀ ਜੋਰਾ ਤਿਸ ਗ੍ਰੇ ਮੈਂ ਪ੍ਰਥਮ ਜਨਮ ਸਿੱਖ ਸਿੱਖਣੀ ਆਹੇ। ਤੇ ਫੇਰ ਸਤਿਗੁਰੂ ਜੀ ਕਹਿਣ ਲੱਗੇ ਉਸ ਦੇ ਘਰ ਦੇ ਵਿੱਚ ਇੱਕ ਜਾਨਵਰਾਂ ਦਾ ਜੋੜਾ ਰਹਿੰਦਾ ਸੀ, ਇੱਕ ਚਿੜਾ ਤੇ ਇੱਕ ਚਿੜੀ। ਉਹ ਸਿੱਖ ਨੇ ਛਪੜੀ ਪਾਈ ਹੋਈ ਸੀ ਤੇ ਛਪੜੀ ਵਿੱਚ ਆਲਣਾ ਪਾ ਕਰਕੇ ਉਹ ਵੀ ਰਹਿੰਦੇ ਸਨ। ਤੇ ਜੋ ਚਿੜਾ ਤੇ ਚਿੜੀ ਸੀ ਉਹ ਪਿਛਲੇ ਜਨਮ ਦੇ ਵਿੱਚ ਸਿੱਖ ਤੇ ਸਿੱਖਣੀ ਸਨ, ਉਹ ਗੁਰੂ ਕੇ ਸਿੱਖ ਸਨ ਪਿਛਲੇ ਜਨਮ ਦੇ ਵਿੱਚ। ਸਹਿਤ ਗਿਆਨ ਕੇ ਗੁਰੂ ਬਹਾਤਮ ਕਿਸੂ ਕਰਮ ਤੇ ਖਗ ਤਨ ਵਾਹੇ। ਤੇ ਸੁਣ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਨੂੰ ਭਾਵੇਂ ਪੰਛੀਆਂ ਵਾਲਾ ਸਰੀਰ ਮਿਲ ਗਿਆ, ਚਿੜੀ ਤੇ ਚਿੜੇ ਵਾਲੀ ਜੂਨ ਦੇ ਵਿੱਚ ਉਹ ਪੈ ਗਏ, ਪਰ ਉਹਨਾਂ ਨੂੰ ਪਿਛਲੇ ਜਨਮ ਦੀ ਸੋਝੀ ਸੀ। ਇਹ ਗੱਲ ਨੂੰ ਜਾਣਦੇ ਸਨ ਕਿ ਗੁਰੂ ਘਰ ਦਾ ਬੜਾ ਭਾਰੀ ਮਹਾਤਮ ਹੈ, ਗੁਰੂ ਕੀ ਬੜੀ ਵੱਡੀ ਵਡਿਆਈ ਹੈ। ਉਹ ਸਾਰੀ ਗੱਲ ਨੂੰ ਜਾਣਦੇ ਸਨ। ਕਿਸੇ ਕਰਮ ਦਾ ਕਰਕੇ ਕੋਈ ਇਹੋ ਜਿਹਾ ਕਾਰਜ ਉਹਨਾਂ ਦੇ ਕੋਲੋਂ ਹੋ ਗਿਆ ਤੇ ਉਹਨਾਂ ਨੂੰ ਪੰਛੀਆਂ ਵਾਲਾ ਸਰੀਰ ਤੇ ਮਿਲ ਗਿਆ, ਪਰ ਉਹ ਗਿਆਨ ਦੇ ਸਹਿਤ ਸਨ। ਨਿਰਧਨ ਅਪਦਾ ਤਿਸ ਕੇ ਦੇਖਤ ਅਤ ਚਿੰਤਾ ਚਿਤ ਮੈਂ ਬਿਲ ਖਾਈ। ਉਹਨਾਂ ਨੇ ਜਦੋਂ ਵੇਖਿਆ ਕਿ ਜਿਸ ਘਰ ਦੇ ਵਿੱਚ ਅਸੀਂ ਆਲਣਾ ਬਣਾ ਕਰਕੇ ਰਹਿ ਰਹੇ ਹਾਂ, ਇਸ ਘਰ ਦਾ ਜੋ ਪਰਿਵਾਰ ਹੈ ਬੜਾ ਭਾਰੀ ਗਰੀਬੀ ਨੇ ਗਰਸਿਆ, ਬੜੀ ਗਰੀਬੀ ਇਹਨਾਂ ਦੇ ਉੱਤੇ ਹੈ। ਉਹ ਚਿੜਾ ਚਿੜੀ ਜਿਹੜੇ ਸੀ ਉਹ ਵੀ ਬੜੀ ਚਿੰਤਾ ਦੇ ਸਹਿਤ ਹੋਏ। ਉਹਨਾਂ ਦੀ ਗਰੀਬੀ ਵੇਖ ਕਰਕੇ ਉਹ ਵੀ ਬੜੇ ਦੁਖੀ ਰਹਿਣ ਲੱਗੇ, ਦੁਖੀ ਹੋਣ ਲੱਗੇ। ਹਿਰਦੇ ਵਿਚਾਰਤ ਬਿਪਤਾ ਹਰਬੇ ਚਿਰਾ ਚਿੜੀ ਤਬ ਕੀਨ ਸਹਾਏ। ਤੇ ਫਿਰ ਚਿੜਾ ਤੇ ਚਿੜੀ ਜਿਹੜੀ ਸੀ ਉਹਨਾਂ ਦੋਵਾਂ ਨੇ ਸੋਚਿਆ, ਉਹਨਾਂ ਨੇ ਇਹ ਗੱਲ ਸਲਾਹ ਕੀਤੀ ਕਿ ਆਪਾਂ ਇਹਨਾਂ ਦੀ ਜੋ ਗਰੀਬੀ ਹੈ ਦੂਰ ਕਰੀਏ, ਇਹਨਾਂ ਦੀ ਗਰੀਬੀ ਦੂਰ ਕਰਨ ਦੇ ਵਿੱਚ ਇਹਨਾਂ ਦੀ ਸਹਾਇਤਾ ਕੀਤੀ ਜਾਵੇ, ਜਿਸ ਕਰਕੇ ਇਹਨਾਂ ਦੇ ਘਰ ਦੇ ਵਿੱਚ ਵੀ ਮਾਇਆ ਪ੍ਰਾਪਤ ਹੋਵੇ, ਇਹਨਾਂ ਨੂੰ ਧਨ ਦੌਲਤ ਪ੍ਰਾਪਤ ਹੋਵੇ, ਅੰਨ ਦੇ ਵਾਸਤੇ ਰਸਤ ਪ੍ਰਾਪਤ ਹੋਵੇ, ਇਹਨਾਂ ਦੇ ਘਰ ਦੇ ਵਿੱਚ ਬਰਕਤ ਪਵੇ। ਉਹਨਾਂ ਨੇ ਫਿਰ ਜਿਹੜੀ ਸੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਤਿਸ ਗ੍ਰਹਿ ਤੇ ਲੈ ਅੰਨ ਚੁੰਚ ਭਰ ਗੁਰ ਆਹਾਰ ਮੈਂ ਆਨ ਮਿਲਾਏ। ਤੇ ਸਹਾਇਤਾ ਕਿਸ ਤਰ੍ਹਾਂ ਕੀਤੀ? ਉਸ ਦੇ ਘਰ ਦੇ ਵਿੱਚੋਂ ਕੁਝ ਦਾਣੇ ਜਿਹੜੇ ਸਨ ਉਹ ਅੰਨ ਦੇ ਲੈ ਕਰਕੇ, ਚੌਲ ਦੇ, ਕਣਕ ਦੇ, ਦਾਲ ਦੇ, ਕੋਈ ਦਾਣੇ ਜੋ ਵੀ ਚਿੜੇ ਤੇ ਚਿੜੀ ਨੂੰ ਮਿਲੇ, ਉਹਨਾਂ ਦੀ ਮਿਹਨਤ ਦੀ ਕਮਾਈ ਦੇ ਜੋ ਦਾਣੇ ਅਸੀਂ ਅੰਨ ਦੇ ਲੈ ਕਰਕੇ ਤੇ ਉਹ ਗੁਰੂ ਕੇ ਲੰਗਰ ਵਿੱਚ ਲਿਆ ਕਰਕੇ, ਜਿੱਥੇ ਗੁਰੂ ਦੀਆਂ ਰਸਤਾਂ ਪਈਆਂ ਹੁੰਦੀਆਂ ਉੱਥੇ ਲਿਆ ਕਰਕੇ ਉਹਨਾਂ ਨੇ ਪਾਉਣਾ ਸ਼ੁਰੂ ਕਰ ਦਿੱਤਾ। ਗੁਰੂ ਕੇ ਲੰਗਰ ਵਿੱਚ ਹਿੱਸਾ ਸਿੱਖ ਦੇ ਘਰੋਂ ਦਾਣੇ ਲੈ ਕਰਕੇ
ਚਿੜੇ ਤੇ ਚਿੜੀ ਨੇ ਪਾਉਣਾ ਸ਼ੁਰੂ ਕਰ ਦਿੱਤਾ। ਕਿਤਕ ਦਿਵਸ ਮੈਂ ਭਈ ਸੰਪਦਾ ਧਨ ਅਰ ਅੰਨ ਭਇਓ ਸਮਦਾਏ। ਇਸ ਤਰ੍ਹਾਂ ਉਹਨਾਂ ਨੇ ਜਦੋਂ ਨੇਮ ਦੇ ਨਾਲ ਕੀਤਾ ਤੇ ਕੁਝ ਕੁ ਦਿਨਾਂ ਦੇ ਬਾਅਦ ਹੀ ਜੋ ਸਿੱਖ ਸੀ ਉਸ ਦੀ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ, ਕਮਾਈ ਵਿੱਚ ਬਰਕਤ ਪੈ ਗਈ ਤੇ ਭਾਰੀ ਉਸ ਨੂੰ ਧਨ ਤੇ ਸੰਪਦਾ ਪ੍ਰਾਪਤ ਹੋ ਗਈ। ਅੰਨ ਜਿਹੜਾ ਸੀ ਉਸ ਨੂੰ ਪ੍ਰਾਪਤ ਹੋਣ ਲੱਗਾ, ਸਿੱਖ ਰੱਜ ਕਰਕੇ ਰੋਟੀ ਖਾਣ ਲੱਗਾ। ਕਰ ਮਿਹਨਤ ਕੋ ਆਨ ਮਜੂਰੀ ਤਿਸ ਤੇ ਅੰਨ ਲਿਆਏ ਗ੍ਰਹਿ ਮਾਹੇ। ਉਹ ਸਿੱਖ ਜਿਹੜਾ ਸੀ ਸਾਰਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਤੇ ਜੋ ਵੀ ਰਸਤ ਲੰਗਰ ਦੀ ਖਰੀਦ ਕਰਕੇ ਆਪਣਾ ਲੰਗਰ ਤਿਆਰ ਕਰਨ ਦੇ ਵਾਸਤੇ, ਪ੍ਰਸ਼ਾਦਾ ਪਾਣੀ ਤਿਆਰ ਕਰਨ ਦੇ ਵਾਸਤੇ ਕੋਈ ਵੀ ਰਸਤੋਂ ਉਹ ਘਰ ਦੇ ਵਿੱਚ ਲੈ ਕਰਕੇ ਆਉਂਦੇ ਮਿਹਨਤ ਮਜ਼ਦੂਰੀ ਦੇ ਪੈਸਿਆਂ ਦੇ ਨਾਲ। ਸ਼ੁਸ਼ਕ ਕਰਨ ਕੋ ਪਾਏ ਅਜਰ ਮਹਿ ਕੂਟੈ ਪੀਸੈ ਪੁਨ ਸੋ ਖਾਹੇ। ਉਹਨੂੰ ਲਿਆ ਕਰਕੇ ਤੇ ਵਿਹੜੇ ਵਿੱਚ ਸੁਕਾਉਂਦੇ, ਅੰਨ ਲਿਆ ਕਰਕੇ, ਆਟਾ ਲਿਆ ਕਰਕੇ ਸੁਕਾਉਂਦੇ। ਜੇ ਚੌਲ ਛੱਡਨੇ ਤੇ ਉਹ ਵੀ ਸੁਕਾਉਣੇ ਪੈਂਦੇ ਆ, ਕਿਉਂ ਕਰਕੇ ਹੁਣ ਵਾਲਾ ਦੇ ਸਮਾਂ ਨਹੀਂ ਸੀ। ਉਸ ਮੌਕੇ ਤੇ ਅੰਨ ਨੂੰ ਸੁਕਾ ਕਰਕੇ ਨਾਲੋਂ ਨਾਲ ਹੀ ਬੀਬੀਆਂ ਚੱਕੀ ਦੇ ਨਾਲ ਪੀਂਦੀਆਂ ਹੁੰਦੀਆਂ ਸਨ ਆਟਾ। ਉਹਨਾਂ ਨੇ ਉਹ ਅੰਨ ਲਿਆ ਕਰਕੇ ਤੇ ਜਦੋਂ ਵਿਹੜੇ ਦੇ ਵਿੱਚ ਲਿਆ ਕਰਕੇ ਅੰਨ ਸੁੱਕਣੇ ਪਾਉਣਾ, ਸੁਕਾ ਕਰਕੇ ਅੰਨ ਨੂੰ ਪੀਸ ਕਰਕੇ ਤੇ ਫੇਰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਾਰੇ ਪਰਿਵਾਰ ਨੇ ਬੈਠ ਕਰਕੇ ਛਕਣਾ। ਤਹ ਤੇ ਚੰਚ ਵਿਖੇ ਕੁਸ਼ਲੇ ਕਰ ਮਮ ਸੰਗਤ ਕੇ ਲੰਗਰ ਪਾਹੇ। ਤੇ ਉੱਥੋਂ ਫਿਰ ਜਦੋਂ ਵਿਹੜੇ ਵਿੱਚ ਉਹਨਾਂ ਨੇ ਅੰਨ ਖਿਲਾਰਿਆ ਹੁੰਦਾ ਸੁਕਾਉਣ ਦੇ ਵਾਸਤੇ, ਤੇ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਵਿੱਚੋਂ ਚਿੜਾ ਤੇ ਚਿੜੀ ਕੁਝ ਦਾਣੇ ਲੈ ਕਰਕੇ ਤੇ ਸਾਡੇ ਲੰਗਰ ਦੇ ਜਿੱਥੇ ਗੁਰੂ ਕਾ ਲੰਗਰ ਸੰਗਤਾਂ ਦੇ ਵਾਸਤੇ ਤਿਆਰ ਹੁੰਦਾ ਉੱਥੇ ਲਿਆ ਕਰਕੇ ਦਾਣੇ ਪਾ ਦਿੰਦੇ, ਉਹਨਾਂ ਦੇ ਘਰ ਦੇ ਵਿੱਚੋਂ ਹਿੱਸਾ ਪਾ ਦਿੰਦੇ। ਸਿੱਖਿਆਨ ਜੁਤ ਮੈਂ ਭੋਜਨ ਕਰਿਓ ਜਾਤੇ ਭਇਓ ਪੁਨ ਅਦਕਾਹੇ। ਤੇ ਫੇਰ ਸਤਿਗੁਰੂ ਜੀ ਕਹਿੰਦੇ ਜਦੋਂ ਲੰਗਰ ਤਿਆਰ ਹੁੰਦਾ ਗੁਰੂ ਕਾ ਸਾਰੇ ਸਿੱਖ ਬੈਠ ਕਰਕੇ ਛਕਦੇ, ਅਸੀਂ ਵੀ ਛਕਦੇ। ਤੇ ਸਿੱਖ ਜਿਹੜੇ ਅਰਦਾਸਾਂ ਕਰਦੇ ਕਿ ਮਹਾਰਾਜ ਜਿਸ ਘਰ ਦੇ ਵਿੱਚੋਂ ਵੀ ਇਹ ਅੰਨ ਆਇਆ, ਧਨ ਆਇਆ, ਉਸ ਦੇ ਖਜ਼ਾਨੇ ਪਰਿਪੂਰਨ ਕਰ ਦਿਓ, ਉਸ ਨੂੰ ਬਹੁਤਾ ਦੇਣਾ ਕਰੋ। ਸਿੱਖ ਅਰਦਾਸ ਕਰਦੇ ਤੇ ਉਹਦੇ ਜਿਹੜੇ ਪੁੰਨ ਕਰਮ ਸੀ ਵਧੇ, ਤੇ ਪੁੰਨ ਕਰਮ ਵਧਣ ਦੇ ਨਾਲ ਸਿੱਖ ਦੇ ਘਰ ਦੇ ਵਿੱਚ ਬਰਕਤ ਪਈ ਤੇ ਅੰਨ ਧਨ ਜਿਹੜਾ ਸੀ ਉਸ ਨੂੰ ਪ੍ਰਾਪਤ ਹੋਣਾ ਸ਼ੁਰੂ ਹੋਇਆ, ਗਰੀਬੀ ਦੂਰ ਹੋਣ ਲੱਗੀ। ਇਹ ਉਪਕਾਰ ਭਇਓ ਦਿਨ ਕੀਤਕ ਭਈ ਸੰਪਦਾ ਤਿਸ ਗ੍ਰਹਿ ਮਾਹੇ। ਤੇ ਜਦੋਂ ਕੁਝ ਕਿਸ ਤਰ੍ਹਾਂ ਜਿਹੜਾ ਪਰਉਪਕਾਰ ਸੀ ਚਿੜਾ ਤੇ ਚਿੜੀ ਦੇ ਜੋੜੇ ਨੇ ਕੀਤਾ ਤੇ ਬਹੁਤ ਭਾਰੀ ਧਨ ਸੰਪਦਾ ਜਿਹੜੀ ਸੀ ਉਹ ਸਿੱਖ ਦੀ ਘਰ ਦੇ ਵਿੱਚ ਪ੍ਰਾਪਤ ਹੋਈ, ਗਰੀਬੀ ਦੂਰ ਹੋ ਗਈ। ਜਦੋਂ ਕੁਝ ਕਮਾਇਆ ਉਹ ਸਿੱਖ ਦੇ ਕੋਲ ਜਮਾ ਹੋ ਗਈ। ਬਹੁ ਧਨ ਅੰਨ ਭਈ ਤੇ ਤਿਸਨੇ ਛਪਰੀ ਤੋਰ ਆਪਣੀ ਥਾਏ। ਤੇ ਫੇਰ ਉਹ ਜਦੋਂ ਉਸ ਦੇ ਕੋਲ ਮਾਇਆ ਪ੍ਰਾਪਤ ਹੋਈ, ਮਾਇਆ ਜਮਾ ਹੋਈ, ਤੇ ਸਿੱਖ ਨੇ ਸੋਚਿਆ ਕਿ ਛਪਰੀ ਪਾ ਕਰਕੇ ਬੈਠੇ ਹੋਏ ਆ ਤੇ ਹੁਣ ਇੱਟਾਂ ਲਿਆ ਕਰਕੇ ਪੱਕਾ ਮਕਾਨ ਪਾ ਲਿਆ ਜਾਵੇ। ਉਹ ਸਿੱਖ ਨੇ ਛਪਰੀ ਜਿਹੜੀ ਸੀ ਉਹ ਢਾਹ ਦੇਣਾ ਕੀਤੀ, ਛਪਰੀ ਜਿਹੜੀ ਸੀ ਉਸ ਦੀ ਸਮਾਪਤੀ ਕਰ ਦੇਣਾ ਕੀਤੀ, ਚੰਗਾ ਸੁੰਦਰ ਘਰ ਬਣਾਉਣ ਦੇ ਵਾਸਤੇ। ਸੁੰਦਰ ਘਰ ਚਨਾਏ ਕਰ ਕੀਨਸ ਬਸੇ ਤਹਾਂ ਆਨੰਦ ਉਪਜਾਏ। ਤੇ ਉੱਥੇ ਛਪਰੀ ਢਾਹ ਕਰਕੇ ਤੇ ਸੁੰਦਰ ਜਿਹੜੇ ਸੀ ਪੱਕੇ ਮਕਾਨ ਪਾ ਲੈਣਾ ਕੀਤੇ, ਪੱਕੇ ਕੋਠੇ ਪਾ ਲੈਣਾ ਕੀਤੇ, ਤੇ ਬੜੇ ਆਨੰਦ ਦੇ ਸਹਿਤ, ਬੜੀ ਖੁਸ਼ੀ ਦੇ ਸਹਿਤ ਉਹ ਸਿੱਖ ਜਿਹੜਾ ਸੀ ਉਹ ਉਸ ਘਰ ਦੇ ਵਿੱਚ ਰਹਿਣ ਲੱਗਾ। ਚਿਰੀ ਚਿਰਾ ਤਬ ਅਪਰਥਾਨ ਮੈਂ ਕੀਨ ਆਲਣਾ ਬਿਰਸ਼ ਬਸਾਏ। ਤੇ ਜਦੋਂ ਛਪਰੀ ਢਾਹ ਦਿੱਤੀ ਤੇ ਚਿੜੇ ਤੇ ਚਿੜੀ ਦਾ ਆਲਣਾ ਜਿਹੜਾ ਸੀ ਉਹ ਵੀ ਢਹਿ ਗਿਆ, ਉਹ ਵੀ ਖਿਲਾਰ ਦਿੱਤਾ, ਕਿਉਂਕਿ ਸਿੱਖ ਦੇ ਜਾਣਦਾ ਹੀ ਨਹੀਂ ਸੀ ਕਿ ਪਰਉਪਕਾਰ ਕਰ ਰਹੇ ਆ। ਉਹ ਵੀ ਜਿਹੜਾ ਆਲਣਾ ਸੀ ਢਹਿ ਗਿਆ ਤੇ ਚਿੜਾ ਤੇ ਚਿੜੀ ਜਿਹੜੇ ਸੀ ਉਹਨਾਂ ਨੇ ਕਿਸੇ ਰੁੱਖ ਤੇ ਜਾ ਕਰਕੇ ਆਲਣਾ ਆਪਣਾ ਪਾ ਲੈਣਾ ਕੀਤਾ, ਰੁੱਖ ਤੇ ਆਪਣਾ ਟਿਕਾਣਾ ਬਣਾ ਕਰਕੇ ਤੇ ਉੱਥੇ ਰਹਿਣ ਲੱਗੇ। ਤਬ ਹੀ ਤੇ ਸੰਪਦ ਤਿਸ ਗ੍ਰਹਿ ਕੀ ਸਨੈ ਸਨੈ ਹੋਈ ਬਿਨਸਾਏ। ਫਿਰ ਉਦੋਂ ਤੋਂ ਲੈ ਕਰਕੇ ਜਦੋਂ ਗੁਰੂ ਕੇ ਲੰਗਰ ਵਿੱਚ ਰਸਤ ਪੈਣ ਹਟ ਗਈ, ਉਦੋਂ ਤੋਂ ਲੈ ਕਰਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹਨਾਂ ਨੂੰ ਫੇਰ ਆਣ ਕਰਕੇ ਤੇ ਜਿਹੜੀ ਘਾਟਾ ਪੈਣਾ ਸ਼ੁਰੂ ਹੋ ਗਿਆ, ਬਰਕਤ ਉੱਡ ਗਈ ਘਰ ਦੇ ਵਿੱਚੋਂ, ਬਰਕਤ ਰਹਿ ਹੀ ਨਾ ਗਈ। ਤੇ ਹੌਲੀ ਹੌਲੀ ਜਿਹੜੀ ਸਾਰੀ ਅੰਨ ਧਨ ਸੀ ਉਹ ਸਾਰਾ ਨਾਸ ਹੋ ਗਿਆ। ਫੇਰ ਗਰੀਬੀ ਸਿੱਖ ਦੇ ਜਦੋਂ ਆਉਣ ਲੱਗੀ। ਲੰਗਰ ਅੰਸ਼ ਪਰਨ ਤੇ ਹਟ ਗਈ ਤਿਸ ਕੋ ਫਲ ਕੈਸੇ ਪੁਨ ਪਾਏ। ਤੇ ਜਦੋਂ ਲੰਗਰ ਦੇ ਵਿੱਚੋਂ ਅੰਸ਼ ਪੈਣ ਹਟ ਗਈ, ਲੰਗਰ ਦੇ ਵਿੱਚੋਂ ਹਿੱਸਾ ਪੈਣ ਹਟ ਗਿਆ,
ਤੇ ਫਿਰ ਪੁੰਨ ਫਲ ਕਿੱਥੋਂ ਹੋਣੇ ਸੀ ਜਦੋਂ ਪੁੰਨ ਕਰਮ ਕੀਤਾ ਹੀ ਕੋਈ ਨਹੀਂ। ਉਹ ਸਾਰਾ ਪੁੰਨ ਫਲ ਜਿਹੜੇ ਸੀ ਉਹ ਨਾਸ ਹੋ ਗਿਆ। ਫਿਰ ਗਰੀਬੀ ਨੇ ਗਰਸ ਲਿਆ। ਆ ਕਰਕੇ ਉਸ ਸਿੱਖ ਨੂੰ ਭਇਓ ਅਧੀਨ ਦਾਰ ਦੀ ਹਵੈ ਕਰ ਆਏ ਭਰਿਓ ਹਮਰੀ ਸ਼ਰਨਾਏ। ਉਹ ਜਿਹੜਾ ਸਿੱਖ ਸੀ ਜਦੋਂ ਫੇਰ ਆਣ ਕਰਕੇ ਦੁਬਾਰਾ ਗਰੀਬੀ ਨੇ ਗਰਸਿਆ, ਗਰੀਬੀ ਆ ਗਈ ਤੇ ਬੜਾ ਦੁਖੀ ਹੋਇਆ। ਕਿਉਂ ਕਰਕੇ ਜਦੋਂ ਗਰੀਬੀ ਵਿੱਚ ਰਹਿ ਰਿਹਾ ਹੋਵੇ ਉਸ ਮੌਕੇ ਤੇ ਰਹਿਣਾ ਸੌਖਾ ਹੈ, ਤੇ ਜਦੋਂ ਇੱਕ ਵਾਰ ਕਿਸੇ ਨੂੰ ਕੋਈ ਅੰਨ ਧਨ ਪ੍ਰਾਪਤ ਹੋ ਜਾਵੇ ਦੁਬਾਰਾ ਗਰੀਬੀ ਉਹਦੇ ਵਾਸਤੇ ਬੜਾ ਔਖਾ ਹੁੰਦਾ ਹੈ। ਕਿਉਂ ਕਰਕੇ ਘਰਾਂ ਦੇ ਖਰਚੇ ਵੱਧ ਜਾਂਦੇ ਆ, ਸੁਭਾਅ ਉਹ ਬਣਿਆ ਹੁੰਦਾ ਹੈ। ਜਦੋਂ ਦੋਹਰੀ ਵਾਰ ਆਣ ਕਰਕੇ ਗਰੀਬੀ ਨੇ ਗਰਸਿਆ ਦੁਬਾਰਾ ਫੇਰ ਤੇ ਬੜਾ ਭਾਰੀ ਦੁਖੀ ਹੋਇਆ, ਬੜਾ ਵਿਆਕੁਲ ਹੋਇਆ। ਤੇ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਕਹਿੰਦੇ ਫਿਰ ਸਾਡੇ ਕੋਲ ਉਹ ਸਿੱਖ ਚੱਲ ਕਰਕੇ ਆਇਆ। हे ਪ੍ਰਭ ਤੁਮ ਬਿਨ ਕੋਈ ਨਾ ਰੱਖਿਅਕ ਕਰੋ ਕਿਰਪਾ ਅਬ ਬਨੋ ਸਹਾਈ। ਆ ਕਰਕੇ ਬੇਨਤੀਆਂ ਕਰਨ ਲੱਗਾ, ਸਾਨੂੰ ਕਹਿਣ ਲੱਗਾ ਕਿ ਮਹਾਰਾਜ ਆਪ ਜੀ ਕਿਰਪਾ ਕਰੋ, ਆਪ ਜੀ ਦੇ ਬਿਨਾ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੈ, ਆਪ ਜੀ ਸਹਾਇਤਾ ਕਰੋ, ਮਿਹਰ ਕਰੋ ਮਹਾਰਾਜ, ਆਪ ਜੀ ਕਿਰਪਾ ਕਰਕੇ ਮੇਰੀ ਸਹਾਇਤਾ ਕਰਨੀ ਕਰੋ, ਮੇਰੀ ਇਮਦਾਦ ਕਰੋ। ਸਿੱਖ ਤੁਮਾਰੀ ਨਾਮ ਜਗਤ ਕਹੈ ਇਸ ਕੀ ਲਾਜ ਆਪ ਕੋ ਹੋਈ। ਉਹ ਸਿੱਖ ਕਹਿਣ ਲੱਗਾ ਮਹਾਰਾਜ ਅਸੀਂ ਆਪ ਜੀ ਦੇ ਸਿੱਖ ਹਾਂ, ਨਾਮ ਧਰੀ ਕੀ ਆ ਭਾਵੇਂ। ਕਿੰਨੀ ਸ਼ਰਧਾ ਸਿੱਖ ਦੇ ਵਿੱਚ ਵੀ, ਕਿੰਨੀ ਨਿਮਰਤਾ ਹੈ। ਇਹ ਗੱਲ ਕਿਸੇ ਨੂੰ ਹੁਣ ਕਹਿ ਦੇ ਤਾਂ ਲੋਕੀ ਗਲ ਪੈ ਜਾਂਦੇ ਆ ਕਿ ਨਾਮ ਧਰੀ ਸਿੱਖ ਕਹਿ ਦਿੱਤਾ ਹੈ। ਉਹ ਸਿੱਖ ਆਪ ਕਹਿ ਰਿਹਾ ਕਿ ਅਸੀਂ ਮਹਾਰਾਜ ਆਪ ਜੀ ਦੇ ਨਾਮ ਧਰੀਕ ਸਿੱਖ ਹਾਂ, ਤੇ ਸਾਡੇ ਘਰ ਦੇ ਵਿੱਚ ਹੈ ਬੜੀ ਗਰੀਬੀ, ਤੇ ਇਸ ਦੀ ਲਾਜ ਵੀ ਆਪ ਜੀ ਨੂੰ ਹੀ ਹੈ। ਲੋਕ ਕਹਿਣਗੇ ਗੁਰੂ ਕਾ ਸਿੱਖ ਭੁੱਖਾ ਮਰ ਰਿਹਾ ਹੈ, ਇਸ ਦੀ ਲਾਜ ਵੀ ਮਹਾਰਾਜ ਆਪ ਜੀ ਨੂੰ ਹੀ ਹੈ। ਆਪ ਕਿਰਪਾ ਕਰਕੇ ਮਿਹਰ ਕਰੋ। ਦਾਰਦ ਤੇ ਸੰਪਤ ਵੱਡ ਬਿਰਦੀ ਅਬੈ ਬਿਨਾਸ਼ਵਾਨ ਬਨ ਆਏ। ਗੁਰੂ ਹਰਿ ਸਾਹਿਬ ਜੀ ਕਹਿੰਦੇ ਸੀ ਪੁੱਛਿਆ ਵੀ ਸਿੱਖਾ ਦੱਸ, ਸਾਰੀ ਗੱਲ ਦੱਸ ਵੀ ਗੱਲ ਹੈ ਕੀ ਹੈ। ਉਹ ਸਿੱਖ ਨੇ ਦੱਸਿਆ ਮਾਰੇ ਪਹਿਲੋਂ ਮੇਰੇ ਘਰ ਦੇ ਵਿੱਚ ਬੜੀ ਗਰੀਬੀ ਸੀ, ਫਿਰ ਆਪ ਜੀ ਦੀ ਕਿਰਪਾ ਹੋਈ, ਕਮਾਈ ਵਿੱਚ ਥੋੜੀ ਬਰਕਤ ਪਈ, ਸੌਖੀ ਰੋਟੀ ਖਾਣ ਲੱਗੇ, ਥੋੜੀ ਮਾਇਆ ਜਮਾ ਹੋਈ ਤੇ ਕੋਠੇ ਵੀ ਪੈ ਗਏ। ਹੁਣ ਫੇਰ ਪਤਾ ਨਹੀਂ ਕੀ ਕਾਰਨ ਹੋ ਗਿਆ ਹੈ, ਫੇਰ ਘਰ ਦੇ ਵਿੱਚੋਂ ਸਾਰਾ ਧਨ ਨਾਸ ਹੋ ਗਿਆ ਹੈ, ਫੇਰ ਅਸੀਂ ਗਰੀਬ ਹੋ ਗਏ ਹਾਂ। ਆਪਦਾ ਆਨ ਪਰੀ ਨਿਰਵਾਰਹੁ ਆਸ ਸਮਰੱਥ ਜੁਤ ਅਪਰ ਨ ਕੋਈ। ਮਾਰੇ ਬੜੀ ਭਾਰੀ ਆਪਦਾ ਪੈ ਗਈ, ਬੜੀ ਵਿਪਤਾ ਬਣ ਗਈ ਹੈ, ਤੇ ਮਹਾਰਾਜ ਆਪ ਕਿਰਪਾ ਕਰਕੇ ਵਿਪਤਾ ਜਿਹੜੀ ਦੂਰ ਕਰੋ, ਗਰੀਬੀ ਦੂਰ ਕਰੋ। ਤੇ ਮਹਾਰਾਜ ਤੁਹਾਡੇ ਵਰਗਾ ਸਮਰੱਥਾ ਵਾਲਾ ਹੋਰ ਕੋਈ ਦੁਨੀਆ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ, ਜਿਸ ਦੇ ਕੋਲ ਜਾ ਕਰਕੇ ਅਸੀਂ ਬੇਨਤੀ ਕਰੀਏ, ਜਿਹੜਾ ਸਾਡੀ ਫਰਿਆਦ ਸੁਣ ਸਕਦਾ ਹੋਵੇ, ਜਿਹੜਾ ਸਾਨੂੰ ਨਿਵਾਜ ਸਕਦਾ ਹੋਵੇ। ਮਹਾਰਾਜ ਆਪ ਜੀ ਵਰਗਾ ਹੋਰ ਕੋਈ ਦੁਨੀਆ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ। ਗੁਰੂ ਘਰ ਗਰੀਬ ਨਵਾਜ ਹੈ, ਗਰੀਬਾਂ ਨੂੰ ਮਹਾਰਾਜ ਆਪ ਜੀ ਨਵਾਜਦੇ ਹੋ। ਆਪ ਕਿਰਪਾ ਕਰੋ, ਮਿਹਰ ਕਰੋ। ਜਥਾ ਚਾਹੋ ਤੁਮ ਤਥਾ ਰਚੋ ਪ੍ਰਭ ਰਾਖੋ ਕਿਸੇ ਕਿਸੇ ਦੇਹੋ ਖੋਏ। ਮਹਾਰਾਜ ਜਿਸ ਤਰ੍ਹਾਂ ਆਪ ਜੀ ਚਾਹੋ ਉਸੇ ਪ੍ਰਕਾਰ ਹੀ ਮਹਾਰਾਜ ਆਪ ਜੀ ਕਰ ਸਕਦੇ ਹੋ। ਚਾਹੋ ਤੇ ਆਪ ਕੰਗਲੇ ਨੂੰ ਬਾਦਸ਼ਾਹ ਬਣਾ ਸਕਦੇ ਹੋ, ਚਾਹੋ ਤੇ ਬਾਦਸ਼ਾਹ ਨੂੰ ਭੀਖ ਮੰਗਾ ਸਕਦੇ ਹੋ। ਜੇ ਤੁਸੀਂ ਚਾਹੋ ਤੇ ਨਿਧੀਆਂ ਸਿਧੀਆਂ ਦੇ ਖਜ਼ਾਨੇ ਬਖਸ਼ ਸਕਦੇ ਹੋ, ਜੇ ਚਾਹੋ ਤੇ ਤੁਸੀਂ ਅਮੀਰਾਂ ਨੂੰ ਗਰੀਬ ਬਣਾ ਸਕਦੇ ਹੋ, ਠੂਠਾ ਫੜਾ ਕਰਕੇ ਮੰਗਾ ਸਕਦੇ ਹੋ। ਇਹ ਮਹਾਰਾਜ ਆਪ ਜੀ ਦੇ ਹੱਥ ਦੇ ਵਿੱਚ ਹੈ ਸਾਰੀ ਗੱਲ। ਜੋ ਚਾਹੋ ਮਹਾਰਾਜ ਆਪ ਜੀ ਕਰ ਸਕਦੇ ਹੋ। ਸਿੱਖ ਬੇਨਤੀਆਂ ਕਰਨ ਲੱਗਾ, ਕਹਿਣ ਲੱਗਾ ਬੇਨਤੀ ਸੁਨ ਹਮਨੇ ਸਮਝਾਇਓ ਹੋਣ ਸੰਪਦਾ ਕਾਰਨ ਜੋਏ। ਤੇ ਜਦੋਂ ਸਿੱਖ ਨੇ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਕਰਕੇ ਬੇਨਤੀ ਕੀਤੀ, ਬੜਾ ਭਾਰੀ ਰੋਗ ਕਰਕੇ ਉਹਨੇ ਕਿਹਾ ਕਿ ਮਹਾਰਾਜ ਮਿਹਰ ਕਰੋ, ਗਰੀਬੀ ਦੂਰ ਕਰ ਦਿਓ। ਤੇ ਫਿਰ ਅਸੀਂ ਉਸ ਨੂੰ ਸਤਿਗੁਰੂ ਜੀ ਕਹਿੰਦੇ ਸਾਰੀ ਗੱਲ ਸਮਝਾਈ, ਜਿਸ ਤਰ੍ਹਾਂ ਉਸ ਦੀ ਗਰੀਬੀ ਦੂਰ ਹੋਈ ਸੀ, ਜਿਸ ਤਰ੍ਹਾਂ ਉਸ ਦੀ ਕਮਾਈ ਵਿੱਚ ਬਰਕਤ ਪਈ ਸੀ, ਸਾਰੀ ਗੱਲ ਸਤਿਗੁਰੂ ਜੀ ਕਹਿੰਦੇ ਅਸੀਂ ਫਿਰ ਉਸ ਨੂੰ ਦੱਸਣਾ ਕੀਤੀ, ਸਮਝਾਉਣਾ ਕੀਤੀ। ਗੁਰ ਕੀ ਦੇਗ ਅੰਸ ਤਵ ਘਰ ਤੇ ਲਿਆਵਤ ਚਿਰਾ ਚਿਰੀ ਜੇ ਦੋਏ। ਤੇ ਫਿਰ ਉਹ ਗੁਰੂ ਸਾਹਿਬ ਕਹਿਣ ਲੱਗੇ ਸਿੱਖਾ ਅੱਗੇ ਤੂੰ ਤੇਰੇ ਘਰ ਦੇ ਵਿੱਚੋਂ ਗੁਰੂ ਕੇ ਲੰਗਰ ਦੇ ਵਾਸਤੇ ਰਸਤਾ ਆਉਂਦੀ ਸੀ, ਕੁਝ ਦਾਣੇ ਪਹੁੰਚਦੇ ਸਨ ਗੁਰੂ ਕੇ ਲੰਗਰ ਦੇ ਵਿੱਚ, ਤੇ ਉਹ ਹੁਣ ਬੰਦ ਹੋ ਗਏ। ਉਹ ਸਿੱਖ ਕਹਿਣ ਲੱਗਾ ਮਹਾਰਾਜ ਅਸੀਂ ਤੇ ਕਦੀ ਲੰਗਰ ਦੇ ਵਿੱਚ ਰਸਤ ਲੈ ਕਰਕੇ ਪਹੁੰਚੇ ਨਹੀਂ, ਆਏ ਨਹੀਂ। ਮਹਾਰਾਜ ਕਹਿਣ ਲੱਗੇ ਤੁਸੀਂ ਤੇ ਨਹੀਂ ਪਹੁੰਚੇ, ਪਰ ਪਹਿਲੋਂ ਤੇਰੀ ਜੋ ਛਪਰੀ ਸੀ,
ਛਪੜੀ ਦੇ ਵਿੱਚ ਇੱਕ ਪੰਛੀਆਂ ਦਾ ਜੋੜਾ ਰਹਿੰਦਾ ਸੀ, ਚਿੜਾ ਤੇ ਚਿੜੀ। ਉਹ ਤੇਰੇ ਘਰ ਦੇ ਵਿੱਚੋਂ ਕੁਝ ਦਾਣੇ ਲੈ ਕਰਕੇ, ਕੁਝ ਅੰਨ ਲੈ ਕਰਕੇ ਤੇ ਗੁਰੂ ਕੇ ਲੰਗਰ ਵਿੱਚ ਲਿਆ ਕਰਕੇ ਪਾਉਂਦੇ ਸਨ। ਤੂੰ ਤੇ ਭਾਵੇਂ ਨਹੀਂ ਸਾਂ ਕਦੀ ਆਇਆ, ਕਦੀ ਨਹੀਂ ਸੀ ਲੰਗਰ ਵਿੱਚ ਆ ਕਰਕੇ ਸੇਵਾ ਕੀਤੀ, ਪਰ ਚਿੜਾ ਤੇ ਚਿੜੀ ਪਰਉਪਕਾਰ ਕਰਦੇ ਸਨ। ਉਹ ਤੇਰੇ ਘਰ ਦੇ ਵਿੱਚੋਂ ਲਿਆ ਕਰਕੇ ਦਾਣੇ ਤੇ ਗੁਰੂ ਕੇ ਲੰਗਰ ਦੇ ਵਿੱਚ ਪਾਉਂਦੇ ਸਨ, ਹਾਜ਼ਰ ਕਰਦੇ ਸਨ। ਸਤ ਸੰਗਤ ਅਚਵਨ ਤੇ ਜਾਨੋ, ਤੋਹੇ ਸੰਪਤਾ ਪ੍ਰਾਪਤ ਤੇ ਸੋਈ। ਫਿਰ ਸਤ ਸੰਗਤ, ਗੁਰੂ ਕੇ ਸਿੱਖ ਜਿਹੜੇ ਆ ਉਹ ਲੰਗਰ ਦੇ ਵਿੱਚੋਂ ਪ੍ਰਸ਼ਾਦ ਪਾਣੀ ਛਕਦੇ ਸੀ, ਤੇ ਪ੍ਰਸ਼ਾਦ ਪਾਣੀ ਛਕਣ ਦੇ ਨਾਲ ਤੇਰੇ ਘਰ ਦੇ ਵਿੱਚੋਂ ਰਸਤ ਪਹੁੰਚਦੀ ਸੀ, ਲੰਗਰ ਤਿਆਰ ਹੁੰਦਾ ਸੀ ਤੇ ਸਿੱਖ ਅਰਦਾਸ ਕਰਦੇ ਸੀ। ਤੇ ਇਸ ਕਰਕੇ ਤੈਨੂੰ ਸੰਪਦਾ ਪ੍ਰਾਪਤ ਹੋਈ, ਧਨ ਪ੍ਰਾਪਤ ਹੋਇਆ। ਤੇਰੀ ਗਰੀਬੀ ਇਸ ਕਰਕੇ ਦੂਰ ਹੋਈ ਸੀ। ਤੂੰ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਆ ਕਰਕੇ ਹਿੱਸਾ ਪਾਉਂਦਾ ਸੈਂ, ਤੇਰਾ ਲੰਗਰ ਦੇ ਵਿੱਚ ਆ ਕਰਕੇ ਅੰਨ ਪੱਕਦਾ ਸੀ, ਸਿੱਖ ਅਰਦਾਸ ਕਰਦੇ ਸਨ, ਇਸ ਕਰਕੇ ਤੇਰੀ ਗਰੀਬੀ ਦੂਰ ਹੋਈ ਸੀ। ਛਪਰੀ ਤੂਰ ਗਈ ਸੇ ਅੰਤ, ਨੈ ਅਬ ਕੁਨ ਕਾ ਆਵਨ ਹੋਈ। ਸਤਿਗੁਰੂ ਜੀ ਕਹਿਣ ਲੱਗੇ, ਤੇਰੇ ਕੋਲ ਜਦੋਂ ਮਾਇਆ ਪ੍ਰਾਪਤ ਹੋਈ, ਧਨ ਪ੍ਰਾਪਤ ਹੋਇਆ, ਤੇ ਤੂੰ ਛਪੜੀ ਢਾਹ ਦਿੱਤੀ। ਜੋ ਛੰਨ ਸੀ, ਛਪੜੀ ਸੀ, ਢਾਹ ਕਰਕੇ ਉਥੇ ਸੁੰਦਰ ਜਿਹੜੇ ਸੀ ਆ ਮਕਾਨ ਪਾ ਲੈਣਾ ਕੀਤੇ, ਕੋਠੇ ਪਾ ਲੈਣਾ ਕੀਤੇ। ਤੇ ਜਦੋਂ ਛਪੜੀ ਢਾਹਤੀ ਦੇ ਚਿੜਾ ਤੇ ਚਿੜੀ ਵੀ ਤੇਰੇ ਘਰ ਦੇ ਵਿੱਚ ਹੋਰ ਕਿਤੇ ਜਾ ਕਰਕੇ ਰਹਿਣ ਲੱਗੇ, ਤੇ ਤੇਰੇ ਘਰ ਦੇ ਵਿੱਚੋਂ ਜੋ ਲੰਗਰ ਦੀ ਅੰਸ਼ ਪੈਂਦੀ ਸੀ, ਕੁਝ ਦਾਣੇ ਪੈਂਦੇ ਸੀ ਲੰਗਰ ਦੇ ਵਿੱਚ, ਉਹ ਬੰਦ ਹੋ ਗਏ। ਉਹ ਲਿਆਉਣਾ ਜੋ ਅੰਸ਼ ਪੈਣੀ ਸੀ ਬੰਦ ਹੋ ਗਈ, ਤੇਰੇ ਘਰ ਦੇ ਵਿੱਚੋਂ ਆਉਣਾ ਰਾਸ਼ਨ ਬੰਦ ਹੋ ਗਿਆ। ਜਿਸ ਕੀ ਚਾਹ ਸੰਪਤਾ ਹੋਵੇ, ਸਤ ਸੰਗਤ ਭੋਜਨ ਅਚਵਾਏ। ਤੇ ਸਤਿਗੁਰੂ ਜੀ ਕਹਿਣ ਲੱਗੇ, ਇਸ ਕਰਕੇ ਤੈਨੂੰ ਫੇਰ ਗਰੀਬੀ ਨੇ ਗਰਸ ਲਿਆ, ਸਾਰੀ ਬਰਕਤ ਹੀ ਉੱਡ ਗਈ। ਕਿਉਂ ਕਰਕੇ ਬਰਕਤ ਪਾਉਣ ਵਾਲਾ ਤੇ ਗੁਰੂ ਹੀ ਹੈ ਨਾ। ਗੁਰੂ ਚਾਹੇ ਜਿਹਨੂੰ ਮਰਜ਼ੀ ਅਮੀਰ ਬਣਾ ਦੇਵੇ, ਜਿਹਨੂੰ ਚਾਹੇ ਗਰੀਬ ਬਣਾ ਦੇਵੇ। ਹੁਣ ਸਤਿਗੁਰੂ ਜੀ ਕਹਿਣ ਲੱਗੇ, ਜਿਹੜਾ ਚਾਹੁੰਦਾ ਨਾ ਇਹ ਗੱਲ ਕਿ ਮੇਰੇ ਘਰ ਦੇ ਵਿੱਚ ਕਦੀ ਗਰੀਬੀ ਆਵੇ ਨਾ, ਮੈਨੂੰ ਅੰਨ ਧਨ ਦੀ ਪ੍ਰਾਪਤੀ ਹੋਵੇ, ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਸਤ ਸੰਗਤ ਦੀ ਸੇਵਾ ਕਰੇ, ਸਿੱਖਾਂ ਦੀ ਸੇਵਾ ਕਰੇ, ਗੁਰੂ ਕੇ ਲੰਗਰ ਵਿੱਚ ਲਿਆ ਕਰਕੇ ਕੁਝ ਨਾ ਕੁਝ ਹਿੱਸਾ ਜ਼ਰੂਰ ਪਾਵੇ। ਇਹ ਨਹੀਂ ਕਿ ਬਹੁਤਾ ਹੀ ਪਾਉਣਾ ਹੈ, ਥੋੜੇ ਚੋਂ ਥੋੜਾ, ਬਹੁਤੇ ਚੋਂ ਬਹੁਤਾ। ਸਤਿਗੁਰਾਂ ਦੇ ਗੁਰਬਾਣੀ ਦੇ ਬਚਨ ਨੇ ਕਿ ਜੈਸਾ ਬਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਆ ਰਿਹਾ। ਜਿਸ ਤਰ੍ਹਾਂ ਦਾ ਬਿੱਤ ਹੈ ਉਸ ਤਰ੍ਹਾਂ ਦਾ ਹੀ ਵਰਤ ਲਵੇ। ਇਹ ਨਹੀਂ ਕਿ ਬਹੁਤਾ ਹੀ ਲਿਆ ਕਰਕੇ ਸਾਰੀ ਦੁਨੀਆ ਨੂੰ ਮੰਗਾਰ ਕਰਕੇ ਜੱਗ ਕਰਨਾ, ਨਹੀਂ। ਜੇ ਸਮਰੱਥਾ ਹੈ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾਉਣ ਦੀ, ਇੱਕ ਨੂੰ ਹੀ ਛਕਾ ਦੇਵੇ ਗੁਰੂ ਦੇ ਨਿਮਿੱਤ। ਜੇ ਸਮਰੱਥਾ ਹੈ ਦੋ ਨੂੰ ਛਕਾਉਣ ਦੀ, ਦੋ ਨੂੰ ਛਕਾ ਦੇਵੇ। ਜੇ ਨਹੀਂ ਇੱਕ ਨੂੰ ਛਕਾਉਣ ਦੀ ਸਮਰੱਥਾ, ਦੇ ਹੋਰ ਕਿਸੇ ਨਾਲ ਰਲ ਕੇ ਗੁਰੂ ਘਰ ਦੇ ਵਿੱਚ ਆ ਕਰਕੇ ਹਿੱਸਾ ਪਾ ਦੇਵੇ, ਲੰਗਰ ਦੇ ਵਿੱਚ ਹਿੱਸਾ ਪਾ ਦੇਵੇ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਵੀ ਇਸ ਤਰ੍ਹਾਂ ਕਰਦਾ ਹੈ ਕਿ ਮੇਰੇ ਘਰ ਦੇ ਵਿੱਚੋਂ ਗਰੀਬੀ ਦੂਰ ਹੋ ਜਾਵੇ, ਉਹ ਸਤ ਸੰਗਤ ਵਿੱਚ ਪਹੁੰਚ ਕਰਕੇ ਤੇ ਸਿੱਖਾਂ ਨੂੰ ਗੁਰੂ ਦੇ ਨਿਮਿੱਤ ਪ੍ਰਸ਼ਾਦ ਛਕਾਉਣਾ ਕਰੇ, ਸਿੱਖਾਂ ਦੀ ਸੇਵਾ ਕਰਨੀ ਕਰੇ। ਜਥਾ ਸ਼ਕਤ ਥੋਰੀ ਮੈਂ ਥੋਰੂ, ਦੇ ਕਰ ਸੇਵੈ ਪ੍ਰੇਮ ਉਪਾਏ। ਇਹ ਸਤਿਗੁਰੂ ਜੀ ਕਹਿਣ ਲੱਗੇ, ਥੋੜੇ ਵਿੱਚੋਂ ਥੋੜਾ ਤੇ ਬਹੁਤੇ ਵਿੱਚੋਂ ਬਹੁਤਾ। ਇਹ ਨਹੀਂ ਕਿ ਜਾਂ ਬਹੁਤਾ ਹੀ ਖਵਾਉਣਾ ਹੈ। ਤੇ ਜਿੰਨੀ ਸਮਰੱਥਾ ਹੋਵੇ ਓਨੀ ਸਮਰੱਥਾ ਦੇ ਅਨੁਸਾਰ ਸੇਵਾ ਕਰੇ, ਤੇ ਪਰ ਸੇਵਾ ਕਰੇ ਪ੍ਰੇਮ ਦੇ ਨਾਲ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਬੱਧਾ ਚੱਟੀ ਜੇ ਲੋਕ ਵਿਖਾਵੇ ਦੇ ਵਾਸਤੇ ਸੇਵਾ ਕਰਦਾ ਹੈ, ਤੇ ਜਾਂ ਬੱਧੋ ਰੁੱਧੀ ਸੇਵਾ ਕਰ ਰਿਹਾ, ਸੇਵਾ ਕਰਨ ਨੂੰ ਮਨ ਨਹੀਂ ਕਰਦਾ, ਮਨ ਦੇ ਵਿੱਚ ਪ੍ਰੇਮ ਨਹੀਂ ਹੈ, ਉਹ ਸੇਵਾ ਦਾ ਕੋਈ ਫਾਇਦਾ ਨਹੀਂ ਹੈ। ਸੇਵਾ ਕੀਤੀ ਹੋਈ ਪ੍ਰੇਮ ਦੇ ਨਾਲ ਕੀਤੀ ਹੋਈ ਸੇਵਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਸਤਿਗੁਰੂ ਜੀ ਕਹਿੰਦੇ ਕਿ ਪ੍ਰੇਮ ਹੋਣਾ ਬੜਾ ਜ਼ਰੂਰੀ ਹੈ, ਉਤਸ਼ਾਹ ਹੋਣਾ ਬੜਾ ਜ਼ਰੂਰੀ ਹੈ। ਤੇ ਥੋੜੇ ਵਿੱਚੋਂ ਥੋੜਾ ਤੇ ਬਹੁਤੇ ਵਿੱਚੋਂ ਬਹੁਤਾ ਜੋ ਸਿੱਖ ਹੈ ਉਹ ਗੁਰੂ ਘਰ ਦੇ ਵਿੱਚ ਲਿਆ ਕਰਕੇ ਹਿੱਸਾ ਪਾਵੇ, ਸਿੱਖਾਂ ਨੂੰ ਘਰ ਸੱਦ ਕੇ ਛਕਾਉਣਾ ਕਰੇ। ਤਿਸ ਕੇ ਜਾਏ ਸਹਾਈ ਕਰੋ ਮੈਂ, ਦਾਰਦ ਦੁੱਖ ਦਾ ਸਭ ਬਿਨਸਾਏ। ਤੇ ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ ਸਿੱਖ ਇਸ ਤਰ੍ਹਾਂ ਕਰਦੇ ਨਾ, ਉਹਨਾਂ ਦੀ ਫਿਰ ਅਸੀਂ ਸਹਾਇਤਾ ਕਰਦੇ ਹਾਂ। ਤੇ ਉਹਨਾਂ ਦੀ ਜੋ ਗਰੀਬੀ ਹੈ, ਉਹਨਾਂ ਦੇ ਜੋ ਦੁੱਖ ਨੇ, ਜਾਂ ਦੁੱਖ ਦੇਣ ਵਾਲੀ ਜੋ ਗਰੀਬੀ ਹੈ, ਉਹ ਅਸੀਂ ਨਾਸ ਕਰ ਦਿੰਦੇ ਹਾਂ। ਅਸੀਂ ਉਸ ਨੂੰ ਨਿਧੀਆਂ ਸਦੀਆਂ ਦੇ ਖਜ਼ਾਨੇ ਬਖਸ਼ ਦਿੰਦੇ ਹਾਂ। ਭਾਈ ਗੁਰਦਾਸ ਨੇ ਬਚਨ ਕਹੇ ਹੈ ਨਾ ਕਿ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ, ਤਾਹੇ ਗੁਰ ਸਰਬ ਨਿਧਾਨ ਤਾਨ ਦੇਤ ਹੈ।
ਭਾਈ ਗੁਰਦਾਸ ਜੀ ਕਹਿੰਦੇ ਭਾਵਨਾ ਦੇ ਨਾਲ ਕੌਡੀ ਸਤਿਗੁਰਾਂ ਦੇ ਹਾਜ਼ਰ ਕਰ ਦਈਏ ਤੇ ਸਤਿਗੁਰੂ ਜੀ ਨਿਧੀਆਂ ਦੇ ਖਜ਼ਾਨੇ ਦੇ ਦਿੰਦੇ ਨੇ, ਗਰੀਬੀ ਦੂਰ ਕਰ ਦਿੰਦੇ ਨੇ। ਹੁਣ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਜੀ ਕਹਿ ਰਹੇ, ਕਵੀ ਜੀ ਕਹਿੰਦੇ ਕਿ ਜਿਹੜੇ ਸਿੱਖਾਂ ਦੀ ਇਸ ਤਰ੍ਹਾਂ ਸੇਵਾ ਕਰਦੇ ਨੇ, ਪ੍ਰੇਮ ਧਾਰਨ ਕਰਕੇ, ਸ਼ਰਧਾ ਧਾਰਨ ਕਰਕੇ ਗੁਰੂ ਦੇ ਨਿਮਿੱਤ, ਅਸੀਂ ਉਸ ਦੀ ਗਰੀਬੀ ਸਾਰੀ ਦੂਰ ਕਰ ਦਿੰਦੇ ਹਾਂ, ਦੁੱਖ ਦਲਿੱਦਰ ਦੂਰ ਕਰ ਦਿੰਦੇ ਹਾਂ। ਸੋ ਤੂੰ ਕਰ ਅਬ ਅੰਨ ਔਰ ਧਨ, ਹੋਏ ਅਧਿਕ ਸੁਖ ਕੋ ਲਿਹੁ ਪਾਏ। ਸਤਿਗੁਰੂ ਜੀ ਕਹਿਣ ਲੱਗੇ, ਸਿੱਖਾ ਤੂੰ ਹੀ ਇਸੇ ਪ੍ਰਕਾਰ ਕਰ, ਤੂੰ ਆਪਣੇ ਘਰ ਦੇ ਵਿੱਚੋਂ ਅੰਨ ਦੇ ਕੁਝ ਦਾਣੇ ਲੈ ਕਰਕੇ, ਕੁਝ ਅੰਨ ਲੈ ਕਰਕੇ ਤੇ ਗੁਰੂ ਕੇ ਲੰਗਰ ਵਿੱਚ ਲਿਆ ਕਰਕੇ ਜ਼ਰੂਰ ਪਾਇਆ ਕਰ, ਤੇ ਫੇਰ ਤੇਰੇ ਘਰ ਦੇ ਵਿੱਚ ਬਰਕਤ ਪਵੇਗੀ, ਅੰਨ ਧਨ ਦੀ ਤੈਨੂੰ ਪ੍ਰਾਪਤੀ ਹੋਵੇਗੀ ਤੇ ਸਾਰੇ ਸੁੱਖ ਜਿਹੜੇ ਤੈਨੂੰ ਪ੍ਰਾਪਤ ਹੋ ਜਾਣਗੇ। ਇਸ ਤਰ੍ਹਾਂ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਉਹ ਸਿੱਖ ਨੂੰ ਸਮਝਾਉਣਾ ਕੀਤਾ, ਕਹਿਣਾ ਕੀਤਾ। ਜਾਂ ਤੇ ਕਿਰਤ ਧਰਮ ਕੀ ਕਰਕੇ, ਨਿਜ ਆਹਾਰ ਤੇ ਅੰਸ ਚੌਥਾਏ। ਤੇ ਫੇਰ ਸਤਿਗੁਰੂ ਜੀ ਕਹਿਣ ਲੱਗੇ, ਕਿਰਤ ਜਿਹੜੀ ਹੈ ਧਰਮ ਦੀ ਕਰਨੀ ਹੈ। ਇਹ ਨਹੀਂ ਕਿ ਕਿਤੇ ਚੋਰੀ ਕਰਕੇ ਲਿਆ ਕਰਕੇ ਗੁਰੂ ਕੇ ਲੰਗਰ ਵਿੱਚ ਪਾ ਦੇਵੇਂ ਜਾਂ ਖੋਹ ਕਰਕੇ ਪਾ ਦੇਵੇਂ। ਧਰਮ ਦੀ ਕਿਰਤ ਕਰਕੇ, ਮਿਹਨਤ ਮਜ਼ਦੂਰੀ ਕਰਕੇ ਤੇਰੀ ਕਿਰਤ ਧਰਮ ਦੀ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਸਿੱਖਾਂ ਸਾਰਿਆਂ ਨੂੰ ਉਪਦੇਸ਼ ਦੇ ਰਹੇ ਆ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੀ ਗੁਰੂ ਘਰ ਦੇ ਵਿੱਚ ਕਿਰਤ ਲਿਆਉਣੀ ਹੈ ਨਾ, ਸਿੱਖਾਂ ਨੂੰ ਛਕਾਉਣੀ ਹੈ ਜਾਂ ਸਤ ਸੰਗਤ ਵਿੱਚ ਲਿਆ ਕਰਕੇ ਲੰਗਰ ਵਿੱਚ ਛਕਾਉਣੀ ਹੈ, ਉਹ ਕਿਰਤ ਧਰਮ ਦੀ ਹੋਣੀ ਚਾਹੀਦੀ ਹੈ। ਤੇਰੀ ਕਿਰਤ ਪਾਪ ਦੀ ਨਹੀਂ ਹੋਣੀ ਚਾਹੀਦੀ। ਕਿਉਂ ਕਰਕੇ ਪਾਪ ਦਾ ਧਨ ਖਾਣਾ ਵੀ ਜਿਹੜਾ ਹੈ ਉਹ ਹੀ ਪਾਪ ਹੈ। 4 ਪ੍ਰਕਾਰ ਦੇ ਪਾਪ ਮੰਨੇ ਗਏ ਹੈ। ਬ੍ਰਾਹਮਣ ਕੈਲੀ, ਘਾਤ ਕੰਜਕਾ, ਅਣਚਾਰੀ ਕਾ ਧਾਨ। ਬ੍ਰਾਹਮਣ ਨੂੰ ਮਾਰ ਦੇਣਾ, ਗਊ ਨੂੰ ਮਾਰ ਦੇਣਾ, ਲੜਕੀਆਂ ਨੂੰ ਮਾਰ ਦੇਣਾ ਤੇ ਅਣਚਾਰੀ ਕਾ ਧਾਨ ਲੈ ਕਰਕੇ ਖਾ ਲੈਣਾ ਵੀ ਬੜਾ ਵੱਡਾ ਪਾਪ ਹੈ। ਸਤਿਗੁਰੂ ਜੀ ਕਹਿਣ ਲੱਗੇ, ਸਿੱਖਾ ਜਿਹੜੀ ਕਿਰਤ ਹੈ ਉਹ ਧਰਮ ਦੀ ਹੋਣੀ ਚਾਹੀਦੀ ਹੈ, ਮਿਹਨਤ ਮਨਜ਼ੂਰੀ ਦੀ ਹੋਣੀ ਚਾਹੀਦੀ ਹੈ। ਜਿਹੜੀ ਗੁਰੂ ਘਰ ਦੇ ਵਿੱਚ ਲਿਆ ਕਰਕੇ ਪਹੁੰਚਾਉਣੀ ਹੈ ਤੇ ਤਾਂ ਤੈਨੂੰ ਫਾਇਦਾ ਹੋਵੇਗਾ, ਤਾਂ ਤੇਰੀ ਗਰੀਬੀ ਦੂਰ ਹੋਵੇਗੀ। ਜੋ ਹੋਏ ਰੰਕ ਸੋ ਅਰਪੈ ਗੁਰ ਹਿਤ, ਦਿਨ ਪ੍ਰਤ ਸੰਪਦ ਗ੍ਰਹਿ ਬਿਰਦਾਏ। ਸਤਿਗੁਰੂ ਜੀ ਕਹਿਣ ਲੱਗੇ, ਜਿਹੜਾ ਵੀ ਗਰੀਬ ਹੋਵੇ ਉਹ ਗੁਰੂ ਦੇ ਵਾਸਤੇ, ਗੁਰੂ ਦੇ ਹਿੱਤ ਲੰਗਰ ਵਿੱਚ ਪਾਵੇ, ਸਿੱਖਾਂ ਨੂੰ ਛਕਾਵੇ ਤੇ ਉਸ ਦੇ ਘਰ ਦੇ ਵਿੱਚ ਬਰਕਤਾਂ ਪੈਣਗੀਆਂ। ਸੰਪਦਾ ਜਿਹੜੀ ਹੈ, ਅੰਨ ਧਨ ਜਿਹੜਾ ਵਾਧਾ ਹੋਵੇਗਾ, ਉਸ ਦੀ ਗਰੀਬੀ ਦੂਰ ਹੋ ਜਾਵੇਗੀ। ਹੈ ਸਰੂਪ ਮੇਰੂ ਸਤ ਸੰਗਤ, ਸੋ ਅਚਮੈ ਮੁਝ ਕੋ ਪਹੁੰਚਾਏ। ਤੇ ਫੇਰ ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ ਸਤ ਸੰਗਤ ਹੈ ਨਾ, ਸਿੱਖ ਸੰਗਤ ਹੈ, ਇਹ ਸਾਡਾ ਸਰੂਪ ਨੇ। ਜਦੋਂ ਉਹ ਸਾਡੇ ਨਿਮਿੱਤ ਕਿਸੇ ਦੇ ਕੋਲੋਂ ਭੋਜਨ ਛਕਦੇ ਨੇ ਤੇ ਸਾਨੂੰ ਉਹ ਛਕਿਆ ਹੋਇਆ ਸਿੱਖਾਂ ਦਾ ਭੋਜਨ ਜਿਹੜਾ ਪਹੁੰਚ ਜਾਂਦਾ ਹੈ। ਕਿਉਂ ਕਰਕੇ ਵਿੱਚ ਸੰਗਤ ਧਰ ਪ੍ਰਭ ਵਸੇ ਜੀਓ। ਗੁਰੂ ਅਮਰਦਾਸ ਜੀ ਦੇ ਵੇਲੇ ਵੀ ਸਿੱਖਾਂ ਨੇ ਕਿਹਾ ਕਿ ਮਹਾਰਾਜ ਲੰਗਰ ਦੇ 36 ਪ੍ਰਕਾਰ ਦੇ ਭੋਜਨ ਤਿਆਰ ਹੁੰਦੇ ਆ ਤੇ ਆਪ ਜੀ ਕੋਈ ਛਕਦੇ ਨਹੀਂ, ਆਪ ਜੀ ਖਿਚੜੀ ਛਕ ਛੱਡਦੇ ਹੋ। ਮਹਾਰਾਜ ਕਹਿਣ ਲੱਗੇ, ਜਦੋਂ ਸੰਗਤਾਂ ਛਕਦੀਆਂ ਸਾਰੇ ਸਾਨੂੰ ਪਹੁੰਚਦੇ ਆ। ਸਿੱਖਾਂ ਨੇ ਪੁੱਛਿਆ ਕਿ ਸਾਨੂੰ ਕਿਸ ਤਰ੍ਹਾਂ ਯਕੀਨ ਹੋਵੇ। ਮਹਾਰਾਜ ਨੇ ਆਪਣੇ ਦੰਦਾਂ ਦੇ ਵਿੱਚੋਂ ਸਾਰੇ ਜੋ ਲੰਗਰ ਦੀ ਅੰਸ਼ ਸੀ ਨਾ, ਲੰਗਰ ਬਣਿਆ ਹੋਇਆ, ਲੰਗਰ ਦੇ ਵਿੱਚ ਰਸਤਾ ਬਣੀ ਹੋਈ ਸਾਰੀ ਅੰਸ਼ ਜਿਹੜੀ ਸੀ ਕੱਢ ਕਰਕੇ ਵਿਖਾਈ ਕਿ ਜਿਹੜੇ ਸਿੱਖ ਛਕਦੇ ਆ ਸਾਨੂੰ ਪਹੁੰਚਦਾ ਹੈ। ਹੁਣ ਵੀ ਗੁਰੂ ਹਰਿ ਸਾਹਿਬ ਜੀ ਕਹਿੰਦੇ ਆ ਕਿ ਜਿਹੜੇ ਸਿੱਖ ਸੰਗਤ ਹੈ ਉਹ ਸਾਡਾ ਸਰੂਪ ਹੈ। ਜੋ ਵੀ ਉਹ ਛਕਦੇ ਨੇ ਉਹ ਸਾਨੂੰ ਪਹੁੰਚ ਜਾਂਦਾ ਹੈ। ਜੋ ਸਿੱਖ ਛਕਦੇ ਨੇ ਪ੍ਰੇਮ ਦੇ ਨਾਲ ਤੇ ਛਕਾਉਣ ਵਾਲਾ ਛਕਾਉਂਦਾ ਪ੍ਰੇਮ ਦੇ ਨਾਲ। ਹਲਤ ਪਲਤ ਸੁਧਰੈ ਤਿਸ ਸਿੱਖ ਕੇ, ਕਰ ਭੋਜਨ ਕੋ ਸਿੱਖ ਅਚਵਾਏ। ਤੇ ਫੇਰ ਸਤਿਗੁਰੂ ਜੀ ਕਹਿੰਦੇ ਵੀ ਜਿਹੜਾ ਵੀ ਸਿੱਖ ਪ੍ਰੇਮ ਦੇ ਨਾਲ ਗੁਰੂ ਕੇ ਸਿੱਖਾਂ ਦੀ, ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ ਤੇ ਉਸ ਦਾ ਆ ਵੀ ਲੋਕ ਜਿਹੜਾ ਸੁਧਰ ਜਾਂਦਾ ਹੈ ਤੇ ਪਰਲੋਕ ਵੀ ਸੁਧਰ ਜਾਂਦਾ ਹੈ। ਐਸ ਲੋਕ ਦੇ ਵੀ ਸੁਖ ਤੇ ਜਦੋਂ ਅੱਗੇ ਪਰਲੋਕ ਦੇ ਵਿੱਚ ਗਿਆ ਉੱਥੇ ਵੀ ਰੇ ਰੇ ਦਰਗਹਿ ਕਹੇ ਨਾ ਕੋਊ। ਰੇ ਰੇ ਦਰਗਾਹ ਦੇ ਵਿੱਚ ਨਹੀਂ ਕਹਿਣਗੇ, ਉੱਥੇ ਵੀ ਸਾਰੇ ਸੁੱਖ ਉਸ ਨੂੰ ਪ੍ਰਾਪਤ ਹੋਣਗੇ। ਸਭਾ ਵਿਖੇ ਗੁਰ ਸਬਨ ਸੁਨਾਈ, ਕਰੋ ਸਦਾ ਇਸ ਵਿਦ ਕੀ ਕਾਰ। ਸਾਰੀ ਸਭਾ ਦੇ ਵਿੱਚ ਸਤਿਗੁਰਾਂ ਨੇ ਸਾਰੇ ਸਿੱਖਾਂ ਨੂੰ ਉਸ ਮੌਕੇ ਤੇ ਉਪਦੇਸ਼ ਦਿੱਤਾ, ਇਹ ਬਚਨ ਕਹੇ
ਕਿ ਜਿਸ ਤਰ੍ਹਾਂ ਅਸੀਂ ਆਪ ਜੀ ਨੂੰ ਕਿਹਾ ਨਾ ਕਿ ਆਪਣੇ ਘਰ ਦੇ ਵਿੱਚੋਂ ਮਿਹਨਤ ਮਜ਼ਦੂਰੀ ਦੀ ਰਸਤ ਲੈ ਕਰਕੇ ਤੇ ਗੁਰੂ ਕੇ ਲੰਗਰ ਵਿੱਚ ਜ਼ਰੂਰ ਹਿੱਸਾ ਪਾਉਣਾ ਹੈ। ਇਸੇ ਪ੍ਰਕਾਰ ਸਾਰੇ ਸਿੱਖ ਜਿਹੜੇ ਗੁਰੂ ਦੇ ਨਿਮਿਤ ਗੁਰੂ ਕੇ ਲੰਗਰ ਦੇ ਵਿੱਚ ਗੁਰੂ ਕੇ ਸਿੱਖਾਂ ਨੂੰ ਛਕਾਇਆ ਕਰਨ। ਜੋ ਮੁਝ ਅਰਪੈ ਸ਼ਰਧਾ ਔਰ ਧਰ ਹੋਈ ਸਹੰਸ ਗੁਣਾ ਵਿਸਥਾਰ। ਤੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਵੀ ਸ਼ਰਧਾ ਧਾਰਨ ਕਰਕੇ ਸਾਡੇ ਨਿਮਿਤ ਜਿਹੜੇ ਆ ਭੋਜਨ ਪ੍ਰਸ਼ਾਦਾ ਛਕਾਉਂਦੇ ਨੇ ਅਪਦੇ ਨੇ ਸਿੱਖਾਂ ਨੂੰ ਗੁਰੂ ਕੀ ਸੰਗਤ ਨੂੰ, ਉਹ 1 2 ਜਾਂ 3 ਨਹੀਂ, ਉਹ 1000 ਗੁਣਾ ਵਾਧਾ ਉਸ ਨੂੰ ਮਿਲਦਾ ਹੈ। ਇੰਨੀ ਭਾਰੀ ਬਰਕਤ ਉਸ ਦੇ ਘਰ ਦੇ ਵਿੱਚ ਹੋ ਜਾਂਦੀ। ਹੋਰ ਬਹੁਤ ਵਿਚਾਰ ਨਾ ਕਾਈ ਜਥਾ ਸ਼ਕਤ ਅਰ ਪ੍ਰੇਮ ਮਜ਼ਾਰ। ਸਤਿਗੁਰੂ ਜੀ ਕਹਿਣ ਲੱਗੇ ਥੋੜੇ ਜਾਂ ਬਹੁਤੇ ਦੀ ਕੋਈ ਵਿਚਾਰ ਨਹੀਂ ਗੀ, ਥੋੜਾ ਹੋਵੇ ਜਾਂ ਬਹੁਤ ਆਵੇ ਗੁਰੂ ਘਰ ਦੇ ਵਿੱਚ ਤੇ ਪ੍ਰੇਮ ਹੀ ਚਾਹੀਦਾ। ਇਹ ਨਹੀਂ ਕਿ ਬਹੁਤ ਆਏ ਤੇ ਬਹੁਤਿਆਂ ਨੂੰ ਥੋੜਾ ਆਏ ਤੇ ਬਹੁਤਿਆਂ ਨੂੰ ਕਿਸ ਤਰ੍ਹਾਂ ਛਕਾਵਾਂਗੇ। ਜਿੰਨੀ ਕੁ ਸਮਰੱਥਾ ਹੈ ਉਸ ਦੇ ਅਨੁਸਾਰ ਸੇਵਾ ਕਰ ਲਵੇ। ਤੇ ਪਰ ਸੇਵਾ ਕਰਨ ਦੇ ਵਾਸਤੇ ਪ੍ਰੇਮ ਜ਼ਰੂਰੀ ਹੈ। ਪ੍ਰੇਮ ਧਾਰਨ ਕਰੇ ਮਨ ਦੇ ਵਿੱਚ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਨਗਰ ਦੇ ਵਿੱਚ ਗਏ ਤੇ ਨਗਰ ਵਾਲੇ ਜਿਹੜੇ ਸਿੱਖ ਸੀ ਉਹਨਾਂ ਨੇ ਸਤਿਗੁਰਾਂ ਨੂੰ ਕਿਹਾ ਮਹਾਰਾਜ ਜਿਹੜੇ ਆਪ ਜੀ ਨਾਲ ਵਿਵੇਕੀ ਸਿੱਖ ਹੈ ਉਹ ਤੇ ਰਸਤ ਲੈ ਕਰਕੇ ਤੇ ਆਪ ਦਾ ਪ੍ਰਸ਼ਾਦਾ ਪਾਣੀ ਛਕਾ ਕੇ ਤੇ ਲੰਗਰ ਤਿਆਰ ਕਰਕੇ ਛਕ ਲੈਣ ਤੇ ਆਪ ਜੀ ਨਾਲ ਫੌਜ ਕਾਫੀ ਹੈ, ਬਾਕੀ ਸਿੱਖਾਂ ਨੂੰ ਅਸੀਂ 1 ਜਾਂ 2 ਨੂੰ ਚਾਹੁਣ ਨੂੰ ਜਿੰਨੀ ਸਮਰੱਥਾ ਹੈ ਘਰ ਦੇ ਵਿੱਚ ਲੈ ਜਾਂਦੇ ਹਾਂ। ਇਸੇ ਪ੍ਰਕਾਰ ਹੀ ਹੋਇਆ ਜੋ ਮੁਖੀ ਸੀ ਉਸਨੇ ਕਹਿਤਾ ਕਿ ਸਿੱਖਾਂ ਨੂੰ ਕਿ 2 ਸਿੱਖਾਂ ਨੂੰ ਤੂੰ ਘਰ ਦੇ ਵਿੱਚ ਲੈ ਕੇ ਪ੍ਰਸ਼ਾਦਾ ਛਕਾ, ਤੂੰ ਪਈ ਚਾਹੁਣ ਨੂੰ ਲੈ ਜਾ। ਇੱਕ ਬੜਾ ਗਰੀਬ ਸੀ ਉਹਨੂੰ ਕਿਹਾ ਵੀ ਤੂੰ 1 ਨੂੰ ਲੈ ਜਾ। ਉਹ ਗਰੀਬ ਜਿਹੜਾ ਸਿੱਖ ਸੀ ਸਿੱਖ ਨੂੰ ਲੈ ਕਰਕੇ ਗਿਆ। ਘਰ ਦੇ ਵਿੱਚ ਕੋਈ ਰਸਤ ਨਹੀਂ ਸੀ ਤੇ ਉਸ ਦੇ ਘਰ ਦੇ ਵਿੱਚ ਪੀਲੂ ਦੇ ਫਲ ਸਨ ਸੁੱਕੇ ਹੋਏ। ਉਸ ਨੇ ਪਾਣੀ ਵਿੱਚ ਬਾਲ ਕਰਕੇ ਉਸ ਤੇ ਥੋੜਾ ਬਹੁਤਾ ਲੂਣ ਪਾ ਕਰਕੇ ਤੇ ਸਿੱਖ ਨੂੰ ਛਕਾ ਦਿੱਤੇ। ਸਿੱਖ ਵੀ ਸੰਤੋਖੀ ਸੀ, ਉਹ ਵੀ ਨਾਮ ਬਾਣੀ ਦਾ ਰਸੀਆ ਸੀ। ਉਸ ਨੇ ਉਹੀ ਤਉ ਪ੍ਰਸਾਦ ਭਰਮ ਕਾ ਨਾਸ, ਉਹਨੇ ਸੰਤੋਖ ਧਾਰਨ ਕਰਕੇ ਪ੍ਰੇਮ ਦੇ ਨਾਲ ਜਿਹੜਾ ਜੋ ਵੀ ਪੀਲੂਆਂ ਦੇ ਫਲ ਸਨ ਪਾਣੀ ਵਿੱਚ ਬਾਲੇ ਹੋਏ ਛਕ ਲੈਣਾ ਕੀਤੇ। ਜਦੋਂ ਗੁਰੂ ਦੇ ਕੋਲ ਸਾਰੇ ਸਿੱਖ ਪ੍ਰਸ਼ਾਦਾ ਛਕ ਕਰਕੇ ਆਏ ਉੱਥੇ ਆਪੋ ਹੀ ਦੱਸਣ ਲੱਗੇ ਇੱਕ ਦੂਸਰੇ ਨੂੰ ਕਿ ਤੂੰ ਕੀ ਛਕਿਆ, ਤੂੰ ਕੀ ਛਕਿਆ। ਗੁਰੂ ਸਾਹਿਬ ਜੀ ਨੂੰ ਦੱਸਣ ਲੱਗੇ। ਜਦੋਂ ਉਹ ਸਿੱਖ ਦੀ ਵਾਰੀ ਆਈ ਮਹਾਰਾਜ ਨੇ ਪੁੱਛਿਆ ਵੀ ਸਿੱਖਾ ਤੂੰ ਕੀ ਛਕਿਆ। ਉਹ ਕਹਿਣ ਲੱਗਾ ਮਹਾਰਾਜ ਸਿੱਖ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ ਤੇ ਜੋ ਭੋਜਨ ਸਿੱਖ ਨੇ ਮੈਨੂੰ ਛਕਾਇਆ ਨਾ ਪ੍ਰੇਮ ਦੇ ਨਾਲ, ਉਹ ਨਾ ਮੈਂ ਅਜੇ ਤੱਕ ਕਦੀ ਛਕਿਆ ਤੇ ਹੋ ਸਕਦਾ ਅੱਗੇ ਵੀ ਛਕਣ ਦੇ ਵਾਸਤੇ ਨਾ ਮਿਲੇ। ਇੰਨੀ ਸੇਵਾ ਕੀਤੀ ਸਿੱਖ ਨੇ। ਮਹਾਰਾਜ ਕਹਿਣ ਲੱਗੇ ਦੱਸ ਛਕਿਆ ਕੀ ਹੈ। ਉਹ ਕਹਿਣ ਲੱਗਾ ਮਹਾਰਾਜ ਦੱਸਿਆ ਨਹੀਂ ਜਾ ਸਕਦਾ, ਪ੍ਰੇਮ ਦਾ ਭੋਜਨ ਛਕਿਆ। ਉੱਥੇ ਪਿੰਡ ਦਾ ਜੋ ਮੁਖੀ ਸੀ ਉਹ ਵੀ ਸੀ। ਉਹ ਕਹਿਣ ਲੱਗਾ ਇਹਦੇ ਘਰ ਦੇ ਵਿੱਚ ਤੇ ਗਰੀਬੀ ਬੜੀ ਹੈ, ਇਹ ਤੇ ਰਾਤ ਦਿਨ ਗਰੀਬੀ ਦੇ ਨਾਲ ਘੁਲਦਾ ਰਹਿੰਦਾ, ਤੈਨੂੰ ਇਹਨੇ ਕੀ ਛਕਾ ਦਿੱਤਾ ਹੈ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਉਹ ਵੀ ਸਿੱਖ ਸੀ। ਉਹਨੂੰ ਮਹਾਰਾਜ ਨੇ ਪੁੱਛਿਆ ਵੀ ਦੱਸ ਸਿੱਖਾ ਤੂੰ ਕੀ ਛਕਾਇਆ ਸਾਡੇ ਸਿੱਖ ਨੂੰ। ਉਹ ਕਹਿਣ ਲੱਗਾ ਮਹਾਰਾਜ ਲੰਗਰ ਛਕਾਉਣ ਦੇ ਵਾਸਤੇ, ਲੰਗਰ ਬਣਾਉਣ ਦੇ ਵਾਸਤੇ ਮੇਰੇ ਕੋਲ ਕੋਈ ਰਸਤ ਨਹੀਂ ਸੀ। ਪੀਲੂ ਦੇ ਫਲ ਸਨ ਸੁੱਕੇ ਹੋਏ, ਉਹ ਪਾਣੀ ਵਿੱਚ ਬਾਲ ਕਰਕੇ ਉਹਦੇ ਉੱਤੇ ਲੂਣ ਮਿਰਚਾਂ ਪਾ ਕਰਕੇ ਮੈਂ ਸਿੱਖ ਨੂੰ ਦੇ ਦਿੱਤੇ, ਨੇ ਛਕ ਲਏ। ਉੱਥੇ ਫਿਰ ਸਤਿਗੁਰਾਂ ਨੇ ਬਚਨ ਕਹੇ ਸੀ ਕਿ ਇਹ ਜਿਹੜਾ ਸਿੱਖ ਹੈ ਇਸ ਤਰ੍ਹਾਂ ਦੇ ਸਿੱਖ ਸੰਤੋਖੀ ਹੋਣੇ ਚਾਹੀਦੇ ਆ। ਉੱਥੇ ਸਤਿਗੁਰਾਂ ਨੇ ਬਚਨ ਕਹੇ ਸੀ ਕਿ ਜਿਹੜੇ ਸਿੱਖ ਦੇ ਘਰ ਦੇ ਵਿੱਚ ਗਰੀਬੀ ਹੋਵੇ, ਕੋਈ ਸਿੱਖ ਉਸ ਦੇ ਘਰ ਦੇ ਵਿੱਚ ਜਾ ਕਰਕੇ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਮੰਗੇ ਤੇ ਉਹ ਸਿੱਖ ਵੀ ਤਨਖਾਹੀਆ, ਤੇ ਜਿਹੜੇ ਸਿੱਖ ਦੇ ਘਰ ਦੇ ਵਿੱਚ ਸੰਪਦਾ ਹੋਵੇ ਤੇ ਉਹ ਜਾਣ ਬੁੱਝ ਕਰਕੇ ਸੇਵਾ ਨਾ ਕਰ ਸਕੇ ਉਹ ਵੀ ਤਨਖਾਹੀਆ। ਮਹਾਰਾਜ ਨੇ ਕਿਹਾ ਇਸ ਤਰ੍ਹਾਂ ਹੁਣ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ ਵੀ ਕਹਿ ਰਹੇ ਆ ਕਿ ਥੋੜੇ ਜਾਂ ਬਹੁਤੇ ਦੀ ਕੋਈ ਵਿਚਾਰ ਨਹੀਂ ਗੀ। ਜਿੰਨੀ ਸ਼ਕਤ ਆ ਜਿੰਨੀ ਸਮਰੱਥਾ ਹੈ ਉਸ ਦੇ ਅਨੁਸਾਰ ਸਿੱਖ ਜਿਹੜੇ ਸੇਵਾ ਕਰਨ, ਸਿੱਖ ਸੰਗਤਾਂ ਨੂੰ ਭੋਜਨ ਛਕਾਉਣ, ਲੰਗਰ ਛਕਾਉਣ। ਇਸ ਮੈਂ ਭਲੋ ਆਪਨੋ ਜਾਣੈ ਤੇ ਪ੍ਰਾਪਤ ਜੇ ਭਾਗ ਉਦਾਰ। ਫਿਰ ਸਤਿਗੁਰੂ ਜੀ ਕਹਿਣ ਲੱਗੇ ਇਸ ਦੇ ਵਿੱਚ ਆਪਣਾ ਜਿਹੜੇ ਸੰਗਤਾਂ ਉਹ ਭਲਾ ਜਾਣਨ। ਤੇ ਸਤਿਗੁਰੂ ਜੀ ਕਹਿਣ ਲੱਗੇ ਸਿੱਖਾਂ ਦੀ ਜੋ ਸੰਗਤ ਦੀ ਸੇਵਾ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਕਿਉਂ ਕਰਕੇ ਸੇਵਾ ਵੀ ਤਾਂ ਹੀ ਪ੍ਰਾਪਤ ਹੁੰਦੀ ਹੈ ਚੰਗੇ ਭਾਗ ਹੋਣ।
ਤਾਂ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਨਹੀਂ। ਹਰ ਕੋਈ ਸੇਵਾ ਨਹੀਂ ਕਰ ਸਕਦਾ, ਸਿੱਖਾਂ ਦੀ ਸੰਗਤਾਂ ਦੀ ਸੇਵਾ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਜਿਹਦੇ ਚੰਗੇ ਭਾਗ ਹੈ ਉਹਨੂੰ ਇਸ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਤੇ ਜਿਹਨੂੰ ਮਿਲਦਾ ਮੌਕਾ ਉਹ ਚੰਗੇ ਭਾਗ ਜਾਣੇ ਤੇ ਪ੍ਰੇਮ ਧਾਰਨ ਕਰਕੇ ਸੇਵਾ ਕਰੇ, ਤੇ ਜੋ ਵੀ ਉਹ ਗੁਰੂ ਦੇ ਨਿਮਿਤ ਸਾਡੇ ਨਿਮਿਤ ਦੇਵੇਗਾ ਉਹ ਜੇ ਦਿੱਤਿਆ ਉਸ ਦਾ ਦਾਨ ਦਿੱਤੀ ਹੋਈ ਰਸਤ ਬਸਤੇ ਸਾਡੇ ਤੱਕ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਸੇਵਾ ਕਰਨ ਦੇ ਵਾਸਤੇ ਹੁਕਮ ਕੀਤਾ। ਇਥੋਂ ਤੱਕ ਸਤਿਗੁਰਾਂ ਦਾ ਜੋ ਪ੍ਰਕਰਨ ਸੀ ਗੁਰ ਇਤਿਹਾਸ ਦਾ ਆਰੰਭ ਕੀਤਾ। ਜੋ ਬਾਕੀ ਦਾ ਪ੍ਰਸੰਗ ਆਪਾਂ ਕੱਲ ਨੂੰ ਵਿਚਾਰ ਕਰਨ ਦਾ ਯਤਨ ਕਰਾਂਗੇ। ਹੁਣ ਟਾਈਮ ਪੂਰਾ ਹੋ ਚੁੱਕਾ, ਕਿਉਂ ਕਰਕੇ ਢਾਡੀ ਸਿੰਘ ਜੀ ਪਹੁੰਚ ਚੁੱਕੇ ਆ। ਉਹਨਾਂ ਨੇ ਆਪ ਸਰਬੱਤ ਸੰਗਤਾਂ ਨੂੰ ਗੁਰੂ ਕਾ ਜਸ ਸੁਣਾ ਕਰਕੇ ਨਿਹਾਲ ਕਰਨਾ ਹੈ। ਇੱਥੇ ਹੀ ਸਮਾਪਤੀ ਹੈ। ਸਤਿਗੁਰਾਂ ਦੀ ਕਥਾ ਵਿਚਾਰ ਕਹਿੰਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ